राधा स्वामी जी, राधा स्वामी। ਇਹ ਵੀ ਅਸੀਂ ਜਿਸ ਤਰ੍ਹਾਂ ਮੰਗਲਾਚਾਰ ਬੇਨਤੀ ਕਰਦੇ ਹਾਂ, ਇਹ ਵੀ ਇੱਕ ਮਰਿਆਦਾ ਹੈ। ਜਿਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਹੁਕਮ ਲਗਾਏ ਹੁੰਦੇ ਨੇ, ਔਰ ਜਿਹੜੇ ਅਸੀਂ ਭਾਵ ਦੇ ਵਿੱਚ, ਭਾਵਨਾ ਦੇ ਵਿੱਚ ਜਿਹੜੇ ਵੈਸੇ ਵੀ ਸ਼ਬਦ ਬੋਲਦੇ ਹਾਂ ਬੇਨਤੀਆਂ ਪ੍ਰਾਰਥਨਾ ਦੇ, ਉਹ ਵੀ ਸਤਿਗੁਰ ਸਾਡੇ ਮਨਜ਼ੂਰ ਕਰਦੇ ਨੇ। ਔਰ ਮੈਂ ਤਾਂ ਕਹਿੰਦਾ ਕਿ ਅਸਲੀ ਬੇਨਤੀ ਪ੍ਰਾਰਥਨਾ ਹੀ ਉਹੀ ਹੁੰਦੀ ਹੈ ਜਿਹੜੀ ਅੰਦਰੋਂ ਸਾਡੀ ਭਾਵਨਾ ਦੇ ਨਾਲ ਨਿਕਲਦੀ ਹੈ, ਭਾਵ ਦੇ ਨਾਲ ਨਿਕਲਦੀ ਹੈ। ਕਿਉਂਕਿ ਜਿਸ ਤਰ੍ਹਾਂ ਅਸੀਂ ਇਕੱਠੇ ਹੋ ਕੇ ਬੈਠਦੇ ਹਾਂ, ਕਿਤੇ ਵੀ ਜਾਂਦੇ ਹਾਂ ਜਦੋਂ, ਤੇ ਇੱਕ ਮਨ ਦੇ ਵਿੱਚ ਪਹਿਲਾਂ ਤੋਂ ਇੱਕ ਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦੀ ਪ੍ਰਥਾ ਹੁੰਦੀ ਹੈ। ਮੰਦਰਾਂ 'ਚ ਜਾਂਦੇ ਹਾਂ, ਆਰਤੀਆਂ ਟੱਲੀਆਂ ਜੋ ਵੀ ਹੁੰਦਾ ਹੈ, ਇਸੇ ਤਰ੍ਹਾਂ ਹੀ ਹਰ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਕੀਰਤਨ, ਕੋਈ ਨਾ ਕੋਈ ਜਾਗਰਣ, ਕੁਛ ਨਾ ਕੁਛ ਆਪਣੇ ਆਪਣੇ ਮਰਿਆਦਾ ਜਿਸ ਤਰ੍ਹਾਂ ਬਣੀਆਂ ਹੁੰਦੀਆਂ ਨੇ। ਕਈ ਵਾਰੀ ਉਹਦੇ ਵਿੱਚ ਬੈਠ ਕੇ ਅਸੀਂ ਸ਼ਾਮਲ ਤਾਂ ਹੁੰਦੇ ਹਾਂ, ਤਨ ਦੇ ਦੇਹ ਦੇ ਤੌਰ ਦੇ ਉੱਤੇ ਸ਼ਾਮਲ ਹੁੰਦੇ ਹਾਂ, ਪਰ ਉਸ ਭਾਵ ਦੇ ਜਾਂ ਮਨ ਦੇ ਤਲ ਦੇ ਉੱਤੇ ਉੱਥੇ ਸ਼ਾਮਲ ਨਹੀਂ ਹੁੰਦੇ। ਪਰ ਕਈ ਵਾਰੀ ਅਸੀਂ ਜਦੋਂ ਮਨ ਦੇ ਵਿੱਚ ਕੋਈ ਤਰੀਬ ਭਾਵਨਾ, ਕੋਈ ਭਗਤੀ ਜਾਂ ਕੋਈ ਤੜਫ ਲੱਗਦੀ ਹੈ, ਤੇ ਉਦੋਂ ਜੋ ਵੀ ਸਾਡੇ ਮਨ ਦੇ ਅੰਦਰੋਂ ਸ਼ਬਦ ਨਿਕਲਦੇ ਨੇ, ਉਹੀ ਅਸਲੀ ਬੇਨਤੀ ਹੁੰਦੀ ਹੈ। ਉਹੀ ਸਾਡੇ ਮਨ ਨੂੰ ਵੀ ਧੋਂਦੀ ਹੈ, ਮਨ ਦੀਆਂ ਮੈਲਾਂ ਨੂੰ ਵੀ ਧੋਂਦੀ ਹੈ, ਅਤੇ ਸਤਿਗੁਰਾਂ ਨੂੰ ਵੀ ਉਹੀ ਮਨਜ਼ੂਰ ਹੁੰਦੀ ਹੈ। ਨਹੀਂ ਤਾਂ ਅਸੀਂ ਦੇਖਦੇ ਹਾਂ ਕਈ ਵਾਰੀ ਸਤਸੰਗੀ ਦੱਸਦੇ ਨੇ ਕਿ ਘਰਾਂ ਦੇ ਵਿੱਚ ਸਵੇਰੇ ਸ਼ਾਮ ਮੰਗਲਾਚਰਨ ਬੇਨਤੀ ਹੁੰਦੀ ਹੈ, ਪਰ ਉਹ ਜਿਹੜੀ ਬੇਨਤੀ ਮੰਗਲਾਚਰਨ ਹੈ ਉਹਨਾਂ ਦੇ ਉੱਤੇ ਅਸਰ ਨਹੀਂ ਕਰਦੀ ਕੋਈ ਵੀ। ਜਿਸ ਤਰ੍ਹਾਂ ਲੋਕੀ ਆਮ ਸੰਸਾਰ ਦੇ ਵਿੱਚ ਭਗਤੀਆਂ ਹੁੰਦੀਆਂ ਨੇ, ਬੜੇ ਤਰ੍ਹਾਂ ਦੇ ਗ੍ਰੰਥ ਨੇ, ਉਹਦੇ ਵਿੱਚੋਂ ਚੁਣ ਚੁਣ ਕੇ ਬੇਨਤੀ ਪ੍ਰਾਰਥਨਾ ਦੇ ਸ਼ਬਦ ਜਿਹੜੇ ਨੇ ਚੁਣ ਕੇ ਕੱਢੇ ਗਏ ਨੇ, ਅਤੇ ਉਹ ਆਪਣੇ ਆਪਣੇ ਟਾਈਮ ਦੇ ਸਿਰ ਜਿਸ ਤਰ੍ਹਾਂ ਪੜ੍ਹੇ ਜਾਂਦੇ ਨੇ ਘਰਾਂ ਦੇ ਵਿੱਚ। ਪਰ ਉਹ ਜਿਸ ਤਰ੍ਹਾਂ ਇੱਕ ਪ੍ਰਥਾ ਜੀ ਬਣ ਕੇ ਰਹਿ ਗਈ ਕਿ ਜਿਸ ਤਰ੍ਹਾਂ ਲੋਕੀ ਸੋਚਦੇ ਨੇ, ਕਾਰੋਬਾਰ ਕਰਦੇ ਨੇ, ਦੁਕਾਨਾਂ 'ਤੇ ਜਾਂਦੇ ਆ, ਹੋਰ ਕੰਮ ਕਰਦੇ ਆ, ਅਤੇ ਉਹ ਸਿਰਫ ਮਨ ਦਾ ਭਾਵ ਜਿਹੜਾ ਇੰਨਾ ਉੱਚਾ ਨਹੀਂ ਹੁੰਦਾ ਉਦੋਂ। ਉਹ ਸਾਡੇ ਉਹਦੇ ਨਾਲ ਨਿੱਜੀ ਕਈ ਤਰ੍ਹਾਂ ਦੇ ਫਲ ਜਿਹੜੇ ਜੁੜੇ ਹੁੰਦੇ ਨੇ ਕਿ ਆਹ ਚੀਜ਼ ਪੜ੍ਹਾਂਗੇ ਅਤੇ ਆਹ ਫਲ ਮਿਲੇਗਾ, ਆਹ ਚੀਜ਼ ਕਰਾਂਗੇ ਅਤੇ ਆਹ ਫਲ ਮਿਲੇਗਾ। ਬੜੇ ਲੋਕ ਮਿਲਦੇ ਨੇ, ਕਈ ਵਾਰੀ ਕੋਈ ਕਹਿੰਦਾ ਹੈ ਕਿ ਆਹ ਜਿਹੜਾ ਪਾਠ ਕਰੀਏ ਅਤੇ ਇਹਦਾ ਆਹ ਫਲ ਹੈ, ਆਹ ਪਾਠ ਕਰੀਏ ਅਤੇ ਆਹ ਫਲ ਹੈ। ਕਿਸੇ ਨੂੰ ਮਾਇਆ ਚਾਹੀਦੀ ਹੈ ਅਤੇ ਉਹ ਆਹ ਪਾਠ ਕਰੇ, ਕਿਸੇ ਨੂੰ ਬਿਮਾਰੀ ਦੂਰ ਕਰਨੀ ਹੈ ਉਹ ਆਹ ਪਾਠ ਕਰੇ, ਕਿਸੇ ਨੂੰ ਡਰ ਲੱਗਦਾ ਹੈ ਰਾਤ ਨੂੰ ਉਹ ਇਹ ਪਾਠ ਕਰੇ। ਅਤੇ ਉਹ ਸਾਡੀਆਂ ਸੱਚੀ ਜਿਹੜੀ ਆ ਉਹ ਪ੍ਰਾਰਥਨਾ ਨਹੀਂ ਹੁੰਦੀਆਂ, ਉਹ ਤਾਂ ਸਾਡੇ ਇੱਕ ਆਪਣੇ ਹੀ ਉਹ ਮਤਲਬ ਵਾਸਤੇ ਜਾਂ ਕੁਛ ਨਾ ਕੁਛ ਛੋਟੀ ਜਿਹੀ ਇੱਕ ਇੱਛਾ ਵਾਸਤੇ ਅਸੀਂ ਉਹ ਰੱਖੇ ਹੁੰਦੇ ਨੇ। ਪਰ ਜਦੋਂ ਅਸੀਂ ਕੁਛ ਵੀ ਨਹੀਂ ਸੋਚਿਆ ਹੁੰਦਾ ਅਤੇ ਉਹ ਜਿਹੜੀ ਘਟਨਾ ਵਾਪਰਦੀ ਹੈ ਸਤਿਗੁਰਾਂ ਦੇ ਮੌਜ ਦੇ ਵਿੱਚ ਜੋ ਵੀ ਹੁੰਦਾ ਹੈ, ਅਤੇ ਮਨ ਦੇ ਅੰਦਰੋਂ ਕੁਛ ਸ਼ਬਦ, ਕੁਛ ਭਾਵ ਐਸੇ ਉੱਠਦੇ ਨੇ ਕਿ ਜਿਹੜੇ ਸਿੱਧੇ ਹੀ ਉੱਠਦੇ ਸਾਡੇ ਹਿਰਦੇ 'ਚੋਂ ਆ ਅਤੇ ਸਿੱਧੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ। ਉਹਨੂੰ ਕੋਈ ਵੀ ਚੀਜ਼ ਨਹੀਂ ਰੋਕਦੀ, ਉਹਨੂੰ ਕੋਈ। ਇਸ ਲਈ ਹਰ ਇੱਕ ਹੀ ਸ਼ਬਦ ਜਿਹੜਾ ਆ, ਹਰ ਇੱਕ ਜੋ ਅਸੀਂ ਸਤਿਗੁਰਾਂ ਦੇ ਭਾਵ 'ਚ ਪੜ੍ਹਿਆ ਉਹ ਸਤਿਗੁਰਾਂ ਨੂੰ ਮਨਜ਼ੂਰ ਹੁੰਦਾ ਹੈ। ਸਤਿਗੁਰਾਂ ਦੀ ਦਇਆ ਕਿਰਪਾ ਵੀ ਮਿਲਦੀ ਹੈ, ਇਹ ਨਹੀਂ ਕਿ ਕੋਈ ਟਾਈਮ ਲੱਗਦਾ ਹੈ। ਮੈਂ ਕਈ ਵਾਰੀ ਕਹਿੰਦਾ, ਮੈਨੂੰ ਕਈ ਵਾਰੀ ਪਿਛਲੇ ਸਤਸੰਗ 'ਚ ਮੈਂ ਦੱਸਿਆ ਸੀ ਕਿ ਬੱਚੇ ਕਈ ਵਾਰੀ ਦੱਸਦੇ ਨੇ ਕਿ ਮੰਗਲਾਚਰਨ ਬੇਨਤੀ ਕਈ ਵਾਰੀ ਪੜ੍ਹਦੇ ਹਾਂ, ਕਿੰਨੀ ਕਿੰਨੀ ਦੇਰ ਹੋ ਗਈ ਪੜ੍ਹਦੇ ਹਾਂ ਪਤਾ ਨਹੀਂ, ਪਰ ਜਿਸ ਦਿਨ ਵਾਕਈ ਸਮਝ ਲੱਗੀ ਉਸ ਦਿਨ ਅੱਖਾਂ 'ਚੋਂ ਪਾਣੀ ਆ ਗਿਆ। ਉਸ ਦਿਨ ਮਨ ਜਿਹੜਾ ਸੀ ਬੜਾ ਵਿਰਾਗ ਵਿੱਚ ਆ ਗਿਆ, ਪਤਾ ਚੱਲ ਗਿਆ ਉਸ ਅਸਲੀਅਤ, ਉਹਦੇ ਨਾਲ ਜੁੜ ਗਏ। ਮਤਲਬ ਕਿ ਸਤਿਗੁਰਾਂ ਦੀ ਦਇਆ ਕਿਰਪਾ ਉਸੇ ਵੇਲੇ ਫੌਰਨ ਹੋ ਗਈ, ਕੋਈ ਟਾਈਮ ਨਹੀਂ। ਗੁਰੂ ਮਹਾਰਾਜ ਜੀ ਫਰਮਾਉਂਦੇ ਹੁੰਦੇ ਸੀ
कि बई वो दया कोई ये नहीं है कोई कि कोई टाइम रखा है कि नहीं 6 महीने बाद होएगी, साल बाद होएगी, इन्ने साल लगणगे। वो कहते चुटकी वजाउंदियां ही वो दया किरपा हुंदी है। सिर्फ गल की है कि इहदी भावना बन जाए। और बेनतियां दूसरियां जो भी असीं करते हैं, बेनती का मतलब की हुंदा है कि असीं एक पासे सतगुरां दे गुण भी गाउंदे हां, दूसरे पासे अपने गुनाहां नूं भी असीं अपने दिलों मनते हैं कि हाँ कि मैं तो इस काबल नहीं, तुसीं दया करो, तुसीं किरपा करो। तो ਉਹਦੇ ਵਿੱਚ ਉਸ ਭਾਵ ਦੇ ਵਿੱਚ ਸਤਿਗੁਰ ਦਇਆ ਕਰਦੇ ਨੇ। ਸੱਚੀ ਜਦੋਂ ਤੜਫ ਉੱਠਦੀ ਹੈ, ਸੱਚਾ ਜਦੋਂ ਉਹ ਤੌਬਾ ਹੁੰਦੀ ਹੈ। ਨਹੀਂ ਤੇ ਅੱਗੋਂ ਪਿੱਛੋਂ ਜਿਹੜੀ ਅਸੀਂ ਕਰਦੇ ਹਾਂ ਬੇਨਤੀ ਪੁਕਾਰ, ਜਿਸ ਤਰ੍ਹਾਂ ਅਸੀਂ ਰੋਜ਼ ਹੀ ਬੇਨਤੀ ਪੜ੍ਹਦੇ ਹਾਂ, ਮੈਂ ਕਈ ਵਾਰੀ ਕਿਹਾ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਸਮਝ ਕੇ ਪੜ੍ਹੋ ਉਹਨੂੰ ਤੇ ਰੌਂਗਟੇ ਖੜੇ ਹੁੰਦੇ ਨੇ। ਜਿਸ ਤਰ੍ਹਾਂ ਬੁੱਲੇ ਸ਼ਾਹ ਜੀ ਨੇ ਇੱਕ ਵਚਨ ਹੈਗਾ ਉਹਨਾਂ ਦਾ ਕਿ ਤੌਬਾ ਨਾ ਕਰ ਯਾਰ ਕੈਸੀ ਤੌਬਾ ਹੈ। ਕਹਿੰਦਾ ਕਿ ਤੌਬਾ ਨਾ ਕਰ ਯਾਰ ਕੈਸੀ ਤੌਬਾ, ਕਹਿੰਦੇ ਕੈਸੀ ਤੌਬਾ ਹੈ ਤੇਰੀ, ਕਹਿੰਦੇ ਇਸ ਤੌਬਾ ਤੇ ਤਰਕ ਨਹੀਂ ਫੜਦਾ। ਕਹਿੰਦੇ ਕਿ ਇਹ ਤੇਰੀ ਜਿਹੜੀ ਤੌਬਾ ਹੈ ਇਹ ਕੋਈ ਤੌਬਾ ਨਹੀਂ ਹੈਗੀ, ਕਿਉਂਕਿ ਜਿਹੜੀ ਤੂੰ ਤੌਬਾ ਕਰਦਾ ਹੈ, ਤੌਬਾ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਆਪਣਾ ਗੁਨਾਹ ਜਿਹੜਾ ਹੈ ਮੰਨ ਲਿਆ ਹੈ ਤੇ ਤੌਬਾ ਕਰ ਦਿੱਤੀ ਹੈ। ਇੱਕ ਵਾਰੀ ਗੁਨਾਹ ਮੰਨ ਲਿਆ ਹੈ, ਤੌਬਾ ਕਰ ਦਿੱਤੀ ਹੈ ਔਰ ਕਹਿ ਦਿੱਤਾ ਹੈ ਕਿ ਨਹੀਂ ਅੱਗੇ ਤੋਂ ਮੈਂ ਗੁਨਾਹ ਨਹੀਂ ਕਰਾਂਗਾ, ਅਸਲੀ ਤੌਬਾ ਹੋਈ। ਤੇ ਜੇ ਅਸੀਂ ਤੌਬਾ ਕਰੀ ਵੀ ਜਾਂਦੇ ਹਾਂ, ਗੁਨਾਹ ਕਰੀ ਵੀ ਜਾਂਦੇ ਹਾਂ ਔਰ ਕਦੀ ਵੀ ਮਨ ਦੇ ਵਿੱਚ ਆਇਆ ਹੀ ਨਹੀਂ ਕਿ ਤੌਬਾ ਕੀਤੀ ਕਾਹਦੇ ਵਾਸਤੇ ਆ, ਤੇ ਫਿਰ ਉਹ ਤੌਬਾ ਕਹਿੰਦੇ ਆ ਕਿ ਇਹਦਾ ਕੋਈ ਵੀ ਫਾਇਦਾ ਨਹੀਂ ਹੈਗਾ ਸੀ। ਤੇ ਇਸ ਲਈ ਹਮੇਸ਼ਾ ਹੀ ਜਦੋਂ ਬੇਨਤੀ ਕਰੀਏ, ਅਰਦਾਸ ਕਰੀਏ, ਸੱਚੇ ਮਨੋਂ ਕਰੀਏ, ਥੋੜ੍ਹੀ ਕਰੀਏ, ਲਫ਼ਜ਼ਾਂ ਦੀ ਵੱਡਿਆਂ ਛੋਟਿਆਂ ਦੀ ਕੋਈ ਗੱਲ ਨਹੀਂ ਹੈਗੀ, ਹਾਂ ਭਾਵ ਦੀ ਗੱਲ ਹੈ। ਕਈ ਵਾਰੀ ਦੱਸਿਆ ਹੈ ਕਿ ਦੋ ਚੀਜ਼ਾਂ, ਇੱਕ ਭੈ ਤੇ ਭਾਵ, ਭਾਵ ਦੋਨੋਂ ਚੀਜ਼ਾਂ ਹੀ ਭਗਤੀ 'ਚ ਜ਼ਰੂਰੀ ਹੈ। ਇੱਕ ਸਤਿਗੁਰਾਂ ਦਾ ਭਾਵ ਹੋਵੇ, ਵਿਸ਼ਵਾਸ ਹੋਵੇ, ਤੇ ਦੂਸਰਾ ਭੈ ਹੋਵੇ। ਹੁਣ ਭੈ ਦੇ ਵੀ ਕਈ ਮਤਲਬ ਨਿਕਲਦੇ ਨੇ। ਭੈ ਦਾ ਇਹ ਮਤਲਬ, ਕਿਉਂਕਿ ਸੰਸਾਰੀ ਭੈ ਇੱਕ ਹੁੰਦੇ ਨੇ, ਡਰ ਹੁੰਦਾ ਹੈ। ਡਰ ਕਾਹਦਾ ਹੁੰਦਾ ਹੈ ਕਿ ਅਸੀਂ ਆਹ ਗੁਨਾਹ ਕਰਾਂਗੇ ਸਾਨੂੰ ਆਹ ਸਜ਼ਾ ਮਿਲੇਗੀ। ਪਰ ਉਹ ਜਿਹੜਾ ਸਤਿਗੁਰਾਂ ਵਾਲੇ ਪਾਸੇ ਪਿਆਰ ਦੇ ਵਿੱਚ ਭੈ ਹੁੰਦਾ ਹੈ, ਉਹ ਭੈ ਇਸ ਤਰ੍ਹਾਂ ਦਾ ਨਹੀਂ, ਉਹ ਇੱਕ ਰਿਸਪੈਕਟ ਹੁੰਦੀ ਹੈ ਉਹਦੇ ਵਿੱਚ। ਕਿਉਂਕਿ ਸਤਿਗੁਰਾਂ ਨੇ ਕੋਈ ਤਲਵਾਰ ਨਹੀਂ ਫੜੀ, ਕੋਈ ਤ੍ਰਿਸ਼ੂਲ ਨਹੀਂ ਫੜਿਆ, ਕੋਈ ਗਨ ਨਹੀਂ ਫੜੀ ਕਿ ਜਿਹੜੀ ਗੋਲੀ ਮਾਰ ਦੇਣੀ ਹੈ ਜਾਂ ਕਿਸੇ ਨੂੰ ਕੋਈ ਵੱਢ ਦੇਣਾ ਹੈ। ਕਿਉਂਕਿ ਸਾਡੇ ਮਨ ਦੇ ਵਿੱਚ ਕਈ ਵਾਰੀ ਜਦੋਂ ਅਸੀਂ ਗੁਨਾਹ ਕਰਦੇ ਹਾਂ, ਅਸੀਂ ਉਹਨਾਂ ਦੇ ਵਚਨ ਨੂੰ ਉਲੰਘਦੇ ਹਾਂ, ਤੇ ਸਾਡੇ ਮਨ ਦੇ ਵਿੱਚ ਕਈ ਵਾਰੀ ਮਨ ਇੰਨਾ ਹੋ ਜਾਂਦਾ ਹੈ ਉਸ ਤੋਂ ਮਾਇਆ ਦੇ ਵਿੱਚ ਫਸ ਕੇ ਇੰਨਾ ਅੱਗੇ ਲੰਘ ਜਾਂਦਾ ਹੈ ਕਿ ਇਹਨੂੰ ਕਿਸੇ, ਜਿਸ ਤਰ੍ਹਾਂ ਉਸ ਵਚਨ 'ਚ ਵੀ ਹੈਗਾ ਹੈ ਕਿ ਇਹਨੂੰ ਖੁਦਾ ਦਾ ਖੌਫ ਵੀ ਨਹੀਂ ਹੈ, ਇਹ ਮੌਤ ਤੋਂ ਵੀ ਨਹੀਂ ਡਰਦਾ। ਹੁਣ ਉਹ ਕਿਉਂਕਿ ਇਹਦੇ ਅੰਦਰ ਡਰ ਹੀ ਸਿਰਫ ਸੰਸਾਰੀ ਇਹੋ ਨੇ ਕਿ ਵੱਧ ਤੋਂ ਵੱਧ ਕੀ ਹੋਏਗਾ, ਵੱਧ ਤੋਂ ਵੱਧ ਕੀ ਹੋਏਗਾ, ਮੈਨੂੰ ਮਾਰ ਦੇਗਾ, ਮਾਰ ਦੇਵੇ। ਪਰ ਇਹਨੂੰ ਉਸ ਵਿਛੋੜੇ ਦੇ ਡਰ ਦਾ ਨਹੀਂ ਪਤਾ, ਇਹਨੂੰ ਉਸ ਤੜਫ ਦਾ ਨਹੀਂ ਪਤਾ। ਕਿਉਂਕਿ ਇਹੋ ਬੰਦਾ ਸੋਚਦਾ ਹੈ, ਬਿਮਾਰ ਵੀ ਹੋਵੇ, ਕਹਿੰਦਾ ਮਰ ਗਿਆ, ਚਲੋ ਜੀ ਛੁੱਟ ਗਿਆ ਉਸ ਚੀਜ਼ ਤੋਂ, ਪਰ ਛੁੱਟਦਾ ਨਹੀਂ ਕਦੇ। ਇਸੇ ਤਰ੍ਹਾਂ ਹੀ ਸਤਿਗੁਰ ਸਾਨੂੰ ਜੋ ਦੱਸਦੇ ਨੇ, ਜੇ ਉਹਨੂੰ ਅਸੀਂ ਸਮਝੀਏ ਤੇ ਫਿਰ ਹਮੇਸ਼ਾ ਹੀ ਅਸੀਂ ਸਤਿਗੁਰਾਂ ਦੇ ਬਚਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਜਿਹੜੀ ਤੌਬਾ ਹੋਏਗੀ ਉਹ ਸਾਡੀ ਸੱਚੇ ਦਿਲੋਂ ਤੌਬਾ ਹੋਏਗੀ। ਫਿਰ ਜਿਹੜਾ ਇੱਕ ਵਾਰੀ ਗੁਨਾਹ ਹੋ ਗਿਆ ਉਹਦੇ ਵਾਸਤੇ ਅਸੀਂ ਤੌਬਾ ਕਰਦੇ ਹਾਂ ਤੇ ਅੱਗੇ ਤੋਂ ਉਸ ਬਚਨ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਦੁਖੀ ਵੀ ਅਸੀਂ ਕਾਹਦੇ ਵਾਸਤੇ ਰਹਿੰਦੇ ਹਾਂ? ਕਿਉਂਕਿ ਅਸੀਂ ਕਦੀ ਵੀ ਸਤਿਗੁਰਾਂ ਦੇ ਬਚਨਾਂ ਨੂੰ ਸਮਝਿਆ ਨਹੀਂ ਔਰ ਉਹਦੇ ਉੱਤੇ ਮਨੌਤ ਨਹੀਂ ਕੀਤੀ। ਬਾਕੀ ਛੋਟੀਆਂ ਛੋਟੀਆਂ ਚੀਜ਼ਾਂ, ਛੋਟੀਆਂ ਛੋਟੀਆਂ ਮੰਗਾਂ ਸੰਸਾਰੀ ਸਾਡੀਆਂ ਕਹਿੰਦੇ ਰਹਿੰਦੇ ਹਾਂ ਕਿ ਕਿਸੇ ਚੀਜ਼ 'ਚ ਸੁੱਖ ਨਹੀਂ, ਸਿਕੰਦਰ ਕੀ ਲੈ ਗਿਆ ਇੱਥੋਂ, ਰਾਜੇ ਮਹਾਰਾਜੇ ਕੀ ਲੈ ਗਏ ਇੱਥੋਂ, ਸਭ ਕੁਛ ਕਰਦੇ ਹਾਂ। ਪਰ ਨਿੱਕੀ ਨਿੱਕੀ ਚੀਜ਼ ਕਰਕੇ ਹੀ ਆਪਣੇ ਮਨ ਦੇ ਵਿੱਚ ਜਿਹੜੀਆਂ ਰੁੱਸੇ ਕਰਦੇ ਰਹਿੰਦੇ ਹਾਂ ਔਰ ਕਈ ਚੀਜ਼ਾਂ ਦੇ ਜਿਹੜੀਆਂ ਦੂਰੀਆਂ ਜਿਹੜੀਆਂ ਪੈਦਾ
कर लेंगे। इस करके उस चीज़ ਨੂੰ ਸਮਝੀਏ। ਇਹ ਦਿਨ ਵਾਰ ਜਿਹੜੇ ਆਉਂਦੇ ਨੇ, ਜਿਸ ਤਰ੍ਹਾਂ ਵੀ ਕੋਈ ਵੀ ਆਉਂਦੇ ਨੇ, ਇਹ ਸਿਰਫ ਤੇ ਸਿਰਫ ਸਾਨੂੰ ਇੱਕ ਯਾਦ ਕਰਾਉਣ ਵਾਸਤੇ ਆਉਂਦੇ ਨੇ। ਦਿਨ ਵਾਰ ਇੱਕੋ ਜਿਹੇ ਹੀ ਨੇ ਸਾਰੇ, ਇੱਕੋ ਤਰ੍ਹਾਂ ਹੀ ਸੂਰਜ ਚੜ੍ਹਦਾ, ਇੱਕੋ ਤਰ੍ਹਾਂ ਹੀ ਸ਼ਾਮ ਪੈਂਦੀ ਹੈ। ਪਰ ਫਿਰ ਵੀ ਸਤਿਗੁਰਾਂ ਨੇ ਕੋਈ ਜਿਹੜੇ ਨਿਯੁਕਤ ਕੀਤੇ ਨੇ ਦਿਨ, ਉਹਦਾ ਮਤਲਬ ਕੀ ਹੈ ਕਿ ਚਲੋ ਕਦੀ ਨਾ ਕਦੀ ਅਸੀਂ ਆਪਣੇ ਅੰਦਰ ਝਾਤੀ ਮਾਰੀਏ। ਜਦੋਂ ਅਸੀਂ ਅੰਦਰ ਝਾਤੀ ਮਾਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਹਾਂ ਬਈ ਮੈਂ ਕਿੱਥੇ ਖੜਾ ਹੈ। ਚਲੋ ਫਿਰ ਉਸ ਚੀਜ਼ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਥੋੜ੍ਹਾ ਥੋੜ੍ਹਾ ਕਦਮ ਕਦਮ ਵੀ ਅੱਗੇ ਵਧੀਏ ਤੇ ਬਈ ਸਫ਼ਰ ਮੁੱਕਦਾ ਹੈ। ਜਿੰਨਾ ਮਰਜ਼ੀ ਹੌਲੀ ਹੌਲੀ ਚੱਲੀਏ, ਸਫ਼ਰ ਤਾਂ ਮੁੱਕੇਗਾ ਹੀ। ਪਰ ਜੇ ਚੱਲਦੇ ਹੀ ਨਹੀਂ, ਉੱਥੇ ਹੀ ਖੜੇ ਰਹਿੰਦੇ ਹਾਂ, ਤੇ ਫਿਰ ਕਿਸ ਤਰ੍ਹਾਂ ਸਫ਼ਰ ਖਤਮ ਹੋਏਗਾ। ਖੜੇ ਹੋਣ ਦਾ ਮਤਲਬ ਕੀ ਕਿ ਜਿਸ ਤਰ੍ਹਾਂ ਸਵਾਮੀ ਜੀ ਦੇ ਵਚਨ ਨੇ ਕਿ ਸਤਸੰਗ ਕਰਤ ਬਹੁਤ ਦਿਨ ਬੀਤੇ, ਅਬ ਤੋਂ ਛੋੜ ਪੁਰਾਣੀ ਬਾਣ। ਕਿ ਸਤਸੰਗ ਕਰਦਿਆਂ, ਸਤਸੰਗ ਸੁਣਦਿਆਂ ਬਹੁਤ ਦਿਨ ਹੋ ਗਏ, ਕਈ ਟਾਈਮ ਲੰਘ ਗਿਆ, ਪਰ ਆਪਣੀਆਂ ਆਦਤਾਂ ਜਿਹੜੀਆਂ ਉਹ ਨਹੀਂ ਬਦਲ ਰਹੀਆਂ। ਔਰ ਇੱਕ ਵਾਰੀ ਮੈਂ ਦੱਸਿਆ ਸੀ ਕਿ ਕਦੀ ਇਹ ਸੋਚੋ ਨਾ, ਇਹ ਕਦੀ ਵੀ ਅਸੀਂ ਜੋ ਕਹਾਣੀਆਂ ਪੜ੍ਹੀਆਂ ਨੇ, ਜੋ ਅਸੀਂ ਚਮਤਕਾਰਾਂ ਬਾਰੇ ਕਿ ਇੱਦਾਂ ਕੋਈ ਦੂਤ ਆਏਗਾ, ਕੋਈ ਦੇਵਤਾ ਆਏਗਾ, ਕੋਈ ਗੁਰੂ ਪੀਰ ਆਏਗਾ, ਸਾਡੇ ਦੁੱਖਾਂ ਨੂੰ ਦੂਰ ਕਰ ਦੇਗਾ, ਸਾਨੂੰ ਵਰਦਾਨ ਦੇ ਦੇਗਾ, ਸਾਡੀਆਂ ਗਲਤੀਆਂ ਨੂੰ ਮਾਫ਼ ਕਰਕੇ, ਇਸ ਤਰ੍ਹਾਂ ਠੀਕ ਹੈ, ਸਭ ਕੁਛ ਹੀ ਉਹ ਕਰਦੇ ਨੇ। ਪਰ ਅਸੀਂ ਇੱਕ ਚੀਜ਼ ਨੂੰ ਸੋਚੀਏ ਕਿ ਜਦੋਂ ਤੱਕ ਸਾਡੇ ਮਨ 'ਚੋਂ ਇਹ ਭਰਮ ਨਹੀਂ ਨਿਕਲਦਾ ਕਿ ਦੁੱਖ ਸੁੱਖ, ਸਵਰਗ ਨਰਕ ਜੋ ਵੀ ਇਹ ਇੱਥੇ ਹੀ ਹੈ। ਔਰ ਜਿੰਨਾ ਵੀ ਅਸੀਂ ਜੋ ਵੀ ਮਨ ਦੇ ਵਿੱਚ ਕਲੇਸ਼ ਜਾਂ ਕਸ਼ਟ ਜਾਂ ਜੋ ਵੀ ਚੀਜ਼ਾਂ ਸਾਨੂੰ ਹੁੰਦੀਆਂ ਨੇ, ਉਹ ਸਾਡਾ ਜ਼ਿਆਦਾ ਤੌਰ 'ਤੇ ਮਨ ਦੇ ਤਲ 'ਤੇ ਹੁੰਦੀਆਂ ਨੇ। ਜਦੋਂ ਅਸੀਂ ਆਪਣੇ ਮਨ ਦਾ ਜਿਹੜਾ ਉਹ ਸੋਚਣ ਦਾ ਤਰੀਕਾ, ਕਰਨ ਦਾ ਤਰੀਕਾ ਜਿਹੜਾ ਬਦਲਾਂਗੇ, ਸੰਗਤ ਕਰਾਂਗੇ, ਉਹਦੇ ਵਿੱਚ ਰੰਗਤ ਬਦਲੇਗੀ ਅਤੇ ਆਪਣੇ ਆਪ ਹੀ ਇਹਦੀ ਅਵਸਥਾ ਜਿਹੜੀ ਬਦਲਦੀ ਜਾਏਗੀ। ਮੈਡੀਕਲ ਦੇ ਵਿੱਚ ਵੀ ਇਹ ਸਾਇੰਸ ਵੀ ਅੱਜ ਕਹਿੰਦੀ ਹੈ ਕਿ ਸਾਡੇ ਅੰਦਰ ਰੋਜ਼ ਪਤਾ ਨਹੀਂ ਕਿੰਨੇ ਸੈੱਲ ਜਿਹੜੇ ਨੇ ਨਵੇਂ ਬਣਦੇ ਨੇ ਅਤੇ ਕਿੰਨੇ ਸੈੱਲ ਰੋਜ਼ ਖਤਮ ਹੁੰਦੇ ਨੇ। ਹਾਂ, ਸਾਨੂੰ ਅੱਜ ਕੱਲ੍ਹ ਟੈਨਸ਼ਨਾਂ ਚਿੰਤਾਵਾਂ ਇੰਨੀਆਂ ਹੋ ਗਈਆਂ ਨੇ ਜਿਹਦੇ ਕਰਕੇ ਉਹ ਬੈਲੈਂਸ ਨਹੀਂ ਹੁੰਦਾ ਉਹਦੇ ਵਿੱਚ। ਕਹਿੰਦੇ ਆ ਕਿ ਸਿਰਫ ਤੇ ਸਿਰਫ 24 ਘੰਟੇ ਵਾਸਤੇ ਅਸੀਂ ਸਿਰਫ ਸ਼ਾਂਤ ਰਹੀਏ। ਮਨ ਜਿਹੜਾ ਆ ਬਿਲਕੁਲ ਵੀ ਕੋਈ ਚਿੰਤਾ ਨਾ ਕਰੇ, ਕੋਈ ਕਿਸੇ ਬਾਰੇ ਮਾੜਾ ਨਾ ਸੋਚੇ, ਕਿਸੇ ਤਰ੍ਹਾਂ ਦੀ ਵੀ ਕੋਈ ਹਰਕਤ, ਮਤਲਬ ਕਿ ਇੱਕ ਆਨੰਦ ਸਰੂਪ ਦੇ ਵਿੱਚ ਰਵੇ। ਅਤੇ ਕਹਿੰਦੇ ਸੀ ਕਿ 24 ਘੰਟਿਆਂ ਦੇ ਵਿੱਚ ਹੀ ਇਹਦੇ ਅੰਦਰ ਦੇ ਜਿਹੜੇ ਆ ਸਾਰੇ ਸੈੱਲ ਜਿਹੜੇ ਨੇ ਚੇਂਜ ਹੋ ਜਾਂਦੇ। ਸ਼ਕਤੀ ਦੀ ਗੱਲ ਦੱਸੀਏ ਕਿ ਇਹਦੇ ਇਨਸਾਨ ਦੇ ਅੰਦਰ ਕਿੰਨੀ ਸ਼ਕਤੀ ਹੈ। ਅੱਜ ਕੱਲ੍ਹ ਕੀ ਹੋ ਗਿਆ ਕਿ ਅਸੀਂ ਹਰ ਚੀਜ਼ ਨੂੰ ਇੱਕ ਸਾਇੰਸ, ਜਿਸ ਤਰ੍ਹਾਂ ਮੈਂ ਪਿਛਲੇ ਦੱਸਿਆ ਹੈ ਕਿ ਮੈਡੀਟੇਸ਼ਨ ਕਹਿੰਦੇ ਆ ਕਰਦੇ ਆ, ਅਤੇ ਕੀ ਹੁੰਦਾ ਹੈ, ਲੋਕ ਕਹਿੰਦੇ ਨੇ ਕਿ ਅਸੀਂ ਮੈਡੀਟੇਸ਼ਨ ਕਰਦੇ, ਮੈਡੀਟੇਸ਼ਨ ਨੂੰ ਭਗਤੀ ਦੇ ਨਾਲ ਜੋੜ ਦਿੱਤਾ। ਮੈਡੀਟੇਸ਼ਨ ਇੱਕ ਕਿਰਿਆ ਹੈ, ਜਿਸ ਤਰ੍ਹਾਂ ਅਸੀਂ ਬਾਕੀ ਸਰੀਰ ਵਾਸਤੇ ਐਕਸਰਸਾਈਜ਼ ਕਰਦੇ ਹਾਂ, ਤਨ ਵਾਸਤੇ, ਬਾਡੀ ਬਿਲਡਿੰਗ ਵਾਸਤੇ, ਜਿਮ ਜਾਂਦੇ ਹਾਂ, ਕਰਦੇ ਹਾਂ, ਅਤੇ ਮੈਡੀਟੇਸ਼ਨ ਉਹਨੂੰ ਕਿਹਾ ਗਿਆ ਮਨ ਵਾਸਤੇ, ਮਨ ਨੂੰ ਸਥਿਰ ਕਰਨ ਵਾਸਤੇ ਕੁਛ ਟਾਈਮ ਅਸੀਂ ਬੈਠ ਕੇ ਅਤੇ ਉਹ ਸ਼ਾਂਤੀ ਦੇ ਨਾਲ ਉਸ ਮਨ ਨੂੰ ਰੈਸਟ ਦਈਏ, ਦਿਮਾਗ ਨੂੰ ਰੈਸਟ ਦਈਏ, ਉਹ ਜਿਹੜੀ ਸਾਡੇ ਸੈੱਲ ਨੇ ਉਹ ਜਿਹੜੇ ਆ ਸਹੀ ਸਹੀ ਟਿਕਾਣੇ 'ਤੇ ਆ ਜਾਣ, ਸਾਡੀ ਸੋਚਣ ਦੀ ਸ਼ਮਤਾ, ਕਿਸੇ ਨੂੰ ਸੁਣਨ ਦੀ ਸ਼ਮਤਾ, ਹਰ ਚੀਜ਼ ਨੂੰ ਵੱਧ ਜਾਵੇ, ਇਕਾਗਰਤਾ ਜਿਹੜੀ ਬਣ ਜਾਵੇ, ਅਸੀਂ ਸਾਰਾ ਦਿਨ ਕੰਮ ਕਰਨ ਲਈ ਤਿਆਰ ਹੋ ਜਾਈਏ। ਜਦੋਂ ਅਸੀਂ ਰੋਜ਼ ਰੋਜ਼ ਐਕਸਰਸਾਈਜ਼ ਕਰਦੇ ਹਾਂ ਤਾਂ ਸਰੀਰ ਠੀਕ ਰਹਿੰਦਾ ਹੈ, ਰੋਜ਼ ਮੈਡੀਟੇਸ਼ਨ ਕਰਦੇ ਹਾਂ ਦਿਮਾਗ ਵੀ ਠੀਕ ਰਹਿੰਦਾ ਹੈ। ਲੇਕਿਨ ਇਹਨੂੰ ਅਸੀਂ ਭਗਤੀ ਨਾਲ ਨਹੀਂ ਕਹਿ ਸਕਦੇ ਕਿ ਇਹ ਕੋਈ ਭਗਤੀ ਹੋ ਗਈ। ਇਸੇ ਤਰ੍ਹਾਂ ਹੀ ਯੋਗ, ਜਿਸ ਤਰ੍ਹਾਂ ਕਹਿੰਦੇ ਨੇ, ਯੋਗ ਅਤੇ ਜਿਹੜਾ ਯੋਗੀ ਹੈ ਬੜਾ ਫਰਕ ਹੈ ਉਹਦੇ ਵਿੱਚ। ਯੋਗ ਅੱਜ ਕੱਲ੍ਹ ਕੀ ਬਣ ਗਿਆ, ਜਿਸ ਤਰ੍ਹਾਂ ਮਾਡਰਨ ਯੋਗ, ਤੁਸੀਂ ਇੱਕ ਸਾਡੇ ਹਿੰਦੁਸਤਾਨ ਭਾਰਤ ਦਾ ਜਿਹੜਾ ਕਲਚਰ ਹੈ ਉਹਦੇ ਵਿੱਚ ਇੱਕ ਯੋਗ ਆ, ਇੱਕ ਬਾਹਰਲੇ ਦੇਸ਼ਾਂ ਦੇ ਵਿੱਚ ਯੋਗ ਹੁੰਦਾ, ਬੜਾ ਅਲੱਗ ਅਲੱਗ ਫਰਕ ਹੈ ਉਹਦੇ ਵਿੱਚ। ਸਾਡੇ ਦੇਸ਼ 'ਚ ਯੋਗ ਹੋਰ ਤਰ੍ਹਾਂ ਦਾ ਹੈ, ਬਾਹਰਲੇ ਦੇਸ਼ਾਂ 'ਚ ਯੋਗ ਹੋਰ ਤਰ੍ਹਾਂ ਦਾ ਹੈ। ਪਰ ਜਿਹੜਾ ਯੋਗ ਤੋਂ ਅਸੀਂ ਕਿਹਾ ਯੋਗੀ ਬਣਿਆ, ਉਹ ਯੋਗੀ ਕੁਛ ਹੋਰ ਹੈ। ਜਿਹੜਾ ਗੁਰਬਾਣੀ 'ਚ ਸ਼ਬਦ ਆਇਆ ਕਿ ਗੱਲੀ ਜੋਗ ਨਾ ਹੋਈ, ਉਹ ਯੋਗ ਅਤੇ ਇਹ ਯੋਗ ਦਾ ਫਰਕ ਹੈ, ਬਹੁਤ ਫਰਕ ਹੈ। ਲੇਕਿਨ ਅਸੀਂ ਇਹੋ ਹੀ ਸਮਝਦੇ ਹਾਂ ਕਿ ਸ਼ਾਇਦ ਇਹ ਸਿਰਫ ਜਦੋਂ ਕਹਿੰਦੇ ਆ ਕਿ ਤਨ ਠੀਕ ਹੋਏਗਾ, ਮਨ ਠੀਕ ਹੋਏਗਾ, ਉਹਦੇ ਵਾਸਤੇ ਐਕਸਰਸਾਈਜ਼ ਕਰਦੇ ਹਾਂ, ਸਭ ਕੁਛ ਕਰਦੇ ਹਾਂ। ਮਤਲਬ ਹਰ ਚੀਜ਼ ਨੂੰ ਸਮਝਣਾ ਹੈ।
ਤੇ ਉਹ ਜਿਹੜਾ ਯੋਗ ਹੈ ਇੱਕ ਬਾਹਰਲੀ ਉਹ ਕਰਕੇ ਨਿਰੋਗ ਰਹਿਣ ਵਾਸਤੇ ਆ, ਪਰ ਇੱਕ ਉਹ ਜਿਹੜਾ ਯੋਗ ਜਿਹੜਾ ਸਤਿਗੁਰਾਂ ਨੇ ਫਰਮਾਇਆ ਕਿ ਗੱਲੀ ਯੋਗ ਨਾ ਹੋਈ, ਉਹਦੇ ਉਹ ਜਿਹੜਾ ਯੋਗ ਕੀ ਹੈ ਕਿ ਜਿਸ ਤਰ੍ਹਾਂ ਬਾਹਰੋਂ ਅਸੀਂ ਯੋਗ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵਰਤ ਰੱਖੀਏ ਜਾਂ ਖਾਣਾ ਪੀਣਾ ਘੱਟ ਕਰੀਏ, ਐਕਸਰਸਾਈਜ਼ ਕਰੀਏ, ਟਾਈਮ ਸਿਰ ਉੱਠੀਏ, ਟਾਈਮ ਸਿਰ ਸੋਈਏ। ਇਸੇ ਤਰ੍ਹਾਂ ਹੀ ਉਹ ਯੋਗ ਦੇ ਵਿੱਚ ਜਿਹੜਾ ਪਰਮਾਰਥ ਵਾਲਾ ਯੋਗ ਹੈ ਉਹਦੇ ਵਿੱਚ ਵੀ ਬੜੀਆਂ ਚੀਜ਼ਾਂ ਅਸੀਂ ਫਿਰ ਬੈਲੈਂਸ ਕਰਦੇ ਹਾਂ। ਵਾਧੂ ਦੀਆਂ ਚਿੰਤਾਵਾਂ ਛੱਡਦੇ ਹਾਂ, ਈਰਖਾ ਛੱਡਦੇ ਹਾਂ, ਆਪਣਾ ਵਰਤ ਰੱਖਣੇ ਸ਼ੁਰੂ ਕਰਦੇ ਹਾਂ ਕਿ ਠੀਕ ਹੈ ਜੀ ਕਿਸੇ ਨੂੰ ਮਾੜਾ ਨਹੀਂ ਬੋਲਣਾ, ਮੇਰਾ ਅੱਜ ਤੋਂ ਵਰਤ ਹੈ, ਕਿਸੇ ਬਾਰੇ ਮਾੜਾ ਨਹੀਂ ਸੋਚਣਾ, ਇਹ ਵਰਤ ਹੈ, ਆਪਣੇ ਗੁਰੂ ਬਾਰੇ ਸੱਚੀ ਨਿਸ਼ਠਾ ਰੱਖਣੀ ਹੈ, ਇਹ ਵਰਤ ਹੈ, ਕੋਈ ਮਾੜਾ ਖਿਆਲ ਮਨ ਦੇ ਵਿੱਚ ਨਹੀਂ ਆਉਣ ਦੇਣਾ, ਇਹ ਵਰਤ ਹੈ। ਪਰ ਗੱਲਾਂ ਕਰਨ ਦੇ ਨਾਲ ਇਸ ਨੇ ਕਿਹਾ ਕਿ ਗੱਲੀ ਯੋਗ ਨਾ ਹੋਈ, ਕੱਲੀਆਂ ਗੱਲਾਂ ਦੇ ਨਾਲ ਨਹੀਂ। ਇਹ ਸੋਚੀਏ ਕਿ ਗੱਲਾਂ ਬਹੁਤ ਅੱਛੀਆਂ ਅੱਛੀਆਂ ਕਰ ਲੈਂਦੇ ਹਾਂ, ਕਿਸੇ ਨੂੰ ਅਸੀਂ ਲੈ ਲੈਂਦੇ ਹਾਂ ਗੱਲਾਂ ਦੇ ਵਿੱਚ ਤੇ ਕੋਈ ਯੋਗ ਹੋ ਗਿਆ, ਤੇ ਉਹਦਾ ਸਾਨੂੰ ਨਾਲ ਹੀ ਸਾਨੂੰ ਸਤਿਗੁਰਾਂ ਨੇ ਮੀਟਰ ਦਿੱਤੇ ਨੇ ਆਪਣੇ ਆਪਣਾ ਸਤਸੰਗ ਦੇ ਵਿੱਚ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਕਿਹੜੀਆਂ ਚੀਜ਼ਾਂ ਨਾਲ ਅਸੀਂ ਕਿਹਨੂੰ ਕਿਹੜੀ ਚੀਜ਼ਾਂ ਨੂੰ ਚੈੱਕ ਕਰ ਸਕਦੇ ਹਾਂ। ਤੇ ਸਤਿਗੁਰਾਂ ਨੇ ਦਿਨ ਵਾਰ ਮਹੀਨੇ ਜੋ ਵੀ ਬਣਾਏ ਨੇ ਹਰ ਇੱਕ ਨੂੰ ਇਨਸਾਨ ਦੇ ਜੀਵਨ ਦੇ ਨਾਲ ਜੋੜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਅੱਜ ਵੀ ਸੰਗਰਾਂਦ ਦਾ ਦਿਹਾੜਾ ਹੈ, ਸਾਡੇ ਮਨ ਦੇ ਵਿੱਚ ਬੜਾ ਚਾਅ ਹੁੰਦਾ ਹੈ ਕਿ ਸੰਗਰਾਂਦ ਵਾਲੇ ਦਿਨ ਮਹੀਨਾ ਨਵਾਂ ਚੜ੍ਹਨਾ ਹੈ, ਮੱਥਾ ਟੇਕ ਕੇ ਆਈਏ ਕਿ ਜਿਹੜਾ ਮਹੀਨਾ ਵਧੀਆ ਲੰਘੇ, ਸਾਰੇ ਕੰਮ ਜਿਹੜੇ ਸ਼ੁਭ ਹੋਣ, ਸਭ ਕੁਝ ਵਧੀਆ ਹੋਵੇ। ਲੇਕਿਨ ਇਸ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਮਹੀਨਾ ਸੁਣਨ ਦਾ ਮਤਲਬ ਕੀ ਹੁੰਦਾ ਹੈ। ਮਤਲਬ ਕੀ ਹੈ ਕਿ ਕੋਈ ਵੀ ਚੀਜ਼ ਤੁਸੀਂ ਸ਼ੁਰੂਆਤ ਸਵੇਰੇ ਸਵੇਰੇ, ਜਿਸ ਤਰ੍ਹਾਂ ਕਈ ਵਾਰੀ ਘਰਾਂ 'ਚ ਉੱਠਦੇ ਆਂ ਕੋਈ ਗਲਤ ਕੋਈ ਗੱਲ ਬੋਲ ਦੇਵੇ ਤਾਂ ਅਸੀਂ ਕਹਿੰਦੇ ਹਾਂ ਕਿ ਸਵੇਰੇ ਸਵੇਰੇ ਕੀ ਬੋਲਤਾ, ਸਾਰਾ ਦਿਨ ਹੀ ਬਸ ਹੁਣ ਇੱਦਾਂ ਦਾ ਲੰਘਣਾ ਮੇਰਾ। ਜੇ ਕੋਈ ਅੱਛੀ ਖਬਰ ਮਿਲ ਜਾਏ, ਅੱਛੀ ਕੋਈ ਗੱਲਬਾਤ ਸੁਣ ਜਾਵੇ, ਅਸੀਂ ਬੜੇ ਖੁਸ਼ ਹੁੰਦੇ ਹਾਂ ਕਿ ਬਈ ਅੱਜ ਦਿਨ ਵਧੀਆ ਲੰਘੇਗਾ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਇਹ ਜਿਹੜੇ ਦਿਨ ਵਾਰ ਕੋਈ ਮਹੀਨੇ ਜਿਹੜੇ ਕੀਤੇ ਉਹਦੇ 'ਚ ਇਹ ਹੋਈ ਕਿ ਚਲੋ ਸਾਨੂੰ ਕਮ ਸੇ ਕਮ, ਜਿਸ ਤਰ੍ਹਾਂ ਗ੍ਰਸਥੀ ਜੀਵਨ ਕਿਤੇ ਬੱਚੇ ਹੁੰਦੇ ਨੇ, ਸਕੂਲਾਂ 'ਚ ਜਾਂਦੇ ਨੇ, ਰੋਜ਼ ਜਾਂਦੇ ਨੇ, ਸਵੇਰੇ ਸ਼ਾਮ ਨੂੰ ਆਉਂਦੇ ਨੇ, ਉਹਨਾਂ ਦੇ ਜੀਵਨ 'ਚ ਡਿਊਟੀਆਂ ਘੱਟ ਹੁੰਦੀਆਂ ਨੇ, ਸਿਰਫ ਪੜ੍ਹਨਾ ਪੜ੍ਹਾਉਣਾ ਆਪਣਾ ਜੋ ਵੀ ਕਰਨਾ ਹੈ। ਲੇਕਿਨ ਜਦੋਂ ਅਸੀਂ ਗ੍ਰਸਥੀ ਜੀਵ ਆਪਣੀਆਂ ਹੋਰ ਡਿਊਟੀਆਂ ਕਰਨੀਆਂ ਹੁੰਦੀਆਂ ਨੇ ਤੇ ਹੋਰ ਵੀ ਬੜਾ ਕੁਛ ਸਾਡੇ ਉੱਤੇ ਜਿਹੜਾ ਜ਼ਿੰਮੇਵਾਰੀਆਂ ਨੇ, ਤੇ ਉਹਦੇ ਵਿੱਚ ਸਾਨੂੰ ਜਿਸ ਤਰ੍ਹਾਂ ਇੱਕ ਮਹੀਨੇ ਦਾ ਸਬਕ ਮਿਲ ਜਾਂਦਾ ਹੈ ਕਿ ਕਮ ਸੇ ਕਮ ਇੱਕ ਮਹੀਨੇ ਦਾ ਹੋਮਵਰਕ ਜਿਹੜਾ ਆ ਇਹ ਲੈ ਜਾਓ, ਇਹਨੂੰ ਕਰਕੇ ਆਈਏ ਪੂਰਾ। ਔਰ ਮੈਂ ਹਰ ਵਾਰੀ ਕਹਿੰਦਾ ਹੈ ਕਿ ਸਾਨੂੰ ਪਿਛਲਾ ਯਾਦ ਰਹਿੰਦਾ ਹੈ। ਜਿਹੜੇ ਬੱਚੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਪਿਛਲੇ ਮਹੀਨੇ ਦੇ ਬਚਨ ਸੁਣੇ ਜਾਂ ਉਸ ਤੋਂ ਪਿਛਲੇ ਮਹੀਨੇ ਦੇ, ਕੀ ਸਾਨੂੰ ਯਾਦ ਨੇ ਕਿ ਸੰਗਰਾਂਦ ਦੇ ਉੱਤੇ ਕੀ ਸੰਦੇਸ਼ ਮਿਲਿਆ ਸੀ ਸਾਨੂੰ, ਕੀ ਬਾਣੀ ਦੇ ਕੋਈ ਬਚਨ ਆਏ ਸੀ, ਕੀ ਉਹਦੇ ਵਿੱਚ ਸਾਨੂੰ ਦੱਸਿਆ ਗਿਆ ਸੀ, ਕਿ ਅਸੀਂ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕੀਤੀ। ਜੇ ਉਹਦੇ ਤੇ ਨਹੀਂ ਚੱਲਣ ਦੀ ਕੋਸ਼ਿਸ਼ ਕੀਤੀ ਜਾਂ ਉਹਦੇ ਤੇ ਨਹੀਂ ਚੱਲੇ ਤੇ ਇਹਦੀ ਕੀ ਗਰੰਟੀ ਹੈ ਕਿ ਅੱਗੇ ਵੀ ਚੱਲਾਂਗੇ। ਤੇ ਇਸ ਲਈ ਜੋ ਪਿਛਲਾ ਲੰਘ ਜਾਂਦਾ ਹੈ ਉਹ ਤਾਂ ਨਹੀਂ ਵਾਪਸ ਆਉਂਦਾ। ਹਾਂ, ਅੱਗੇ ਤੋਂ ਜਿਸ ਤਰ੍ਹਾਂ ਹੋ ਸਕਦਾ ਹੈ, ਅੱਗੇ ਤੋਂ ਟਾਈਮ ਸਾਡੇ ਹੱਥ ਵਿੱਚ ਹੁੰਦਾ ਹੈ, ਅੱਗੇ ਤੋਂ ਅਸੀਂ ਇੱਕ ਯਾਦ ਰੱਖ ਸਕਦੇ ਹਾਂ ਕਿ ਹਾਂ ਬਈ ਅੱਜ ਤੋਂ ਮੈਂ ਸੰਕਲਪ ਲੈਣਾ ਹੈ ਕਿ ਹੁਣ ਮੈਂ ਆਪਣਾ ਜਿਹੜਾ ਹੋਮਵਰਕ ਹੈ ਪੂਰਾ ਕਰਾਂਗਾ। ਤੇ ਉਹਨਾਂ ਦਾ ਕੋਈ ਵੀ ਕਥਾ ਕਹਾਣੀਆਂ ਜਾਂ ਕੋਈ ਰਾਜੇ ਮਹਾਰਾਜੇ ਨੇ ਕੋਈ ਸੁਣਾਉਣ ਵਾਸਤੇ ਨਹੀਂ, ਸਾਡੇ ਮੈਂ ਕਹਿੰਦਾ ਕਿਹਾ ਕਿ ਜੀਵਨ ਨੂੰ ਬਦਲਣ ਵਾਸਤੇ ਉਹਨਾਂ ਨੇ ਜਿਹੜੇ ਵਚਨ ਫਰਮਾਏ ਨੇ ਉਹਨਾਂ ਨੂੰ ਸਮਝੀਏ। ਤੇ ਅੱਜ ਭਾਦੋਂ ਦਾ ਮਹੀਨਾ ਚੜ੍ਹਿਆ ਏ, ਸਤਿਗੁਰ ਦਇਆ ਕਿਰਪਾ ਕਰਨ ਕਿ ਜਿਸ ਤਰ੍ਹਾਂ ਅੱਗੇ ਵੀ ਕਈ ਵਾਰੀ ਦੱਸਿਆ ਕਿ ਇੱਕ ਸੈਕਿੰਡ ਵੀ ਜਿਹੜਾ ਲੰਘ ਜਾਂਦਾ ਹੈ ਉਹ ਵੀ ਵਾਪਸ ਨਹੀਂ ਆਉਂਦਾ, ਤੇ ਜਿਹੜਾ ਮਹੀਨਾ ਜਾਂ ਦਿਨ ਲੰਘ ਜਾਂਦੇ ਨੇ ਉਹ ਵਾਪਸ ਤੁਸੀਂ ਸੋਚੋ ਕਿ ਕਿੱਥੋਂ ਲਿਆਵਾਂਗੇ ਅਸੀਂ। ਮੰਨ ਲਓ ਕਿ ਅਸੀਂ ਇੱਕ ਸੈਕਿੰਡ ਪਹਿਲਾਂ ਕਿਸੇ ਨੇ ਪਿਸਟਲ ਫੜਿਆ ਹੋਵੇ ਹੱਥ ਦੇ ਵਿੱਚ ਤੇ ਉਹਦੇ ਕੋਲੋਂ ਟ੍ਰਿਗਰ ਗਲਤੀ ਨਾਲ ਵੀ ਦੱਬਿਆ ਜਾਵੇ, ਕਿਸੇ ਨੂੰ ਗੋਲੀ ਲੱਗ ਜਾਵੇ ਤੇ ਉਹ ਕਵੇ ਬਾਅਦ ਦੇ ਵਿੱਚ ਕਵੇ ਕਿ ਉਹ 2 ਮਿੰਟ ਜਾਂ ਇੱਕ ਸੈਕਿੰਡ ਜਾਂ 2 ਸੈਕਿੰਡ ਪਿੱਛੇ ਜਾ ਕੇ ਮੈਂ ਇਹਨੂੰ ਠੀਕ ਕਰ ਲਵਾਂ, ਤੇ ਉਹ ਨਹੀਂ ਕਰ ਸਕਦਾ, ਕੁਛ ਨਹੀਂ ਹੁੰਦਾ, ਜੋ ਹੋ ਗਿਆ ਹੋ ਗਿਆ। ਇਸ ਲਈ
ਜੋ ਅਸੀਂ ਪੜ੍ਹਦੇ ਰਹੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਤੋਲੋ ਫਿਰ ਬੋਲੋ, ਪਹਿਲਾਂ ਸੋਚੋ ਸਮਝੋ ਫਿਰ ਕਰਮ ਕਰੋ, ਉਹ ਚੀਜ਼ਾਂ ਜਿਹੜੀਆਂ ਯਾਦ ਰੱਖੀਏ ਹਮੇਸ਼ਾ। ਇਸੇ ਤਰ੍ਹਾਂ ਹੀ ਜਿਹੜਾ ਦੱਸਿਆ ਕਿ ਪਿਛਲਾ ਮਹੀਨਾ ਜਿਹੜਾ ਲੰਘ ਗਿਆ, ਜੇ ਅਸੀਂ ਉਹਨੂੰ ਕਵਾਂਗੇ ਤੇ ਉਹ ਨਹੀਂ ਲਿਆ ਸਕਦੇ। ਤੇ ਜੇ ਪਿਛਲੇ ਸਾਲਾਂ ਦਾ ਹਿਸਾਬ ਲਾ ਲਈਏ ਕਿ ਕਿੰਨਾ ਕਿੰਨਾ ਸਾਲ ਹੋ ਗਏ ਸਾਨੂੰ ਸਤਿਗੁਰਾਂ ਦੀ ਸੰਗਤ 'ਚ ਆਉਂਦਿਆਂ, ਕਿੰਨੇ ਅਸੀਂ ਵਚਨ ਸੁਣੇ, ਕਿੰਨੇ ਮਹੀਨੇ ਸੁਣੇ, ਕਿੰਨੇ ਸਤਸੰਗ ਸੁਣੇ, ਤੇ ਸਾਡੇ 'ਚ ਫਰਕ ਪਿਆ ਜਾਂ ਨਹੀਂ ਪਿਆ ਕੋਈ ਵੀ, ਜਾਂ ਜਿੰਨਾ ਵੀ ਪਿਆ ਹੈ, ਤੇ ਸੋਚੀਏ ਕਿ ਅੱਗੇ ਉਹਦੇ ਹਿਸਾਬ ਦੇ ਨਾਲ ਕੀ ਸਾਨੂੰ ਮਿਲੇਗਾ। ਇਸ ਲਈ ਆਪਣੀ ਆਪਣੀ, ਜਿਸ ਤਰ੍ਹਾਂ ਕਹਿੰਦੇ ਨਾ ਗੱਡੀ ਦੇ ਵਿੱਚ ਅਸੀਂ ਗੇਅਰ ਲੱਗੇ ਹੁੰਦੇ ਨੇ ਤੇ ਉਹਨਾਂ ਨੂੰ ਬਦਲਦੇ ਰਹਿੰਦੇ ਆ ਜੀਵਨ ਦੇ ਵਿੱਚ, ਤੇ ਉਹਨਾਂ ਨੂੰ ਬਦਲ ਕੇ ਆਪਣੀ ਸਪੀਡ ਵੱਧ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹ ਵੀ ਚੀਜ਼ ਦੇਖੀਏ ਕਿ ਬਈ ਹੁਣ ਅਸੀਂ ਜੋ ਵੀ ਉਹ ਜਿਹੜੇ ਭੁੱਲਾਂ ਹੋਈਆਂ ਨੇ ਉਹਨਾਂ ਨੂੰ ਸੁਧਾਰੀਏ। ਤੇ ਬਾਣੀ 'ਚ ਉਹਨਾਂ ਨੇ ਫਰਮਾਇਆ ਹੈ, ਭਾਦੋਂ ਭਰਮ ਭੁਲਾਣੀਆਂ। ਕਹਿੰਦੇ ਕਿ ਭਾਦੋਂ ਦਾ ਮਹੀਨਾ ਇੱਕ ਤੇ ਬਾਹਰਲੀ ਉਹਦੇ ਨਾਲ ਵੀ ਦਰਸਾਇਆ ਹੈ ਕਿ ਭਰਮ, ਕਿ ਜਿਸ ਤਰ੍ਹਾਂ ਹੁਣ ਵੀ ਤੁਸੀਂ ਦੇਖੋ ਕੋਈ ਸਮਝ ਨਹੀਂ ਲੱਗਦੀ ਕਿ ਕਿਹੜੇ ਵੇਲੇ ਧੁੱਪ ਨਿਕਲ ਆਉਂਦੀ ਹੈ, ਕਿਹੜੇ ਵੇਲੇ ਬੱਦਲ ਆ ਜਾਂਦੇ ਨੇ। 1 ਮਿੰਟ ਦੇ ਵਿੱਚ ਐ ਪਸੀਨਾ ਚੋ ਰਿਹਾ ਹੁੰਦਾ ਹੈ, ਗਰਮੀ ਲੱਗ ਰਹੀ ਹੁੰਦੀ ਹੈ, ਉਸੇ ਵੇਲੇ ਹਵਾ ਹਨੇਰੀ ਬਾਰਿਸ਼ ਆ ਜਾਂਦੀ ਹੈ ਤੇ ਇੱਕਦਮ ਠੰਡ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਉਹ ਕਹਿੰਦੇ ਕਿ ਸਾਡਾ ਜੀਵਨ ਵੀ ਇਸੇ ਤਰ੍ਹਾਂ ਦਾ ਬਣ ਗਿਆ। ਕਹਿੰਦੇ ਕਿ ਇਹ ਤਾਂ 1 ਮਹੀਨੇ ਦਾ ਜਿਸ ਤਰ੍ਹਾਂ ਕਿ ਗੇੜ ਬਣਿਆ ਹੈ, ਮਹੀਨੇ ਬਾਅਦ, ਕੋਈ 15 ਦਿਨਾਂ ਬਾਅਦ ਕੁਛ ਨਾ ਕੁਛ ਰੁੱਤਾਂ ਬਦਲਦੀਆਂ ਜਾਂਦੀਆਂ ਨੇ, ਪਰ ਸਾਡਾ ਜੀਵਨ ਜਿਹੜਾ ਹੈ, ਹੁਣ ਕਹਿ ਕੇ ਇਹ ਜੀਵ ਤੇਰਾ ਤਾਂ ਜੀਵਨ ਹੀ ਜਿਹੜਾ ਸਾਰਾ ਦਾ ਸਾਰਾ ਭਾਦੋਂ ਦੇ ਮਹੀਨੇ ਵਰਗਾ ਬਣ ਗਿਆ। ਕਹਿੰਦੇ ਕਿ ਸਾਰੇ ਦਾ ਸਾਰਾ ਜੀਵਨ ਹੀ ਭਰਮਾਂ ਦੇ ਭਰਮ ਦੇ ਵਿੱਚ ਹੀ ਲੰਘ ਗਿਆ। ਸਾਰੇ ਜੀਵਨ ਦੇ ਵਿੱਚ ਇਹ ਭਰਮ ਹੀ ਨਹੀਂ ਖਤਮ ਹੋਇਆ। ਕਾਹਦਾ ਕਹਿੰਦੇ ਭਾਦੋਂ ਭਰਮ ਭੁਲਾਣੀਆਂ। ਐਸਾ ਭਰਮ ਪਿਆ ਕਿ ਟਾਈਮ ਦਾ ਪਤਾ ਹੀ ਨਹੀਂ ਲੱਗਾ ਕਿ ਕਿੰਨਾ ਟਾਈਮ ਨਿਕਲ ਗਿਆ। ਭਰਮ ਕਾਹਦਾ ਸੀ? ਕਿਉਂਕਿ ਸਾਰੇ ਜੀਵਨ ਦੇ ਸਤਸੰਗ ਸੁਣੇ, ਗ੍ਰੰਥ ਪੜ੍ਹੇ, ਵਚਨ ਸੁਣੇ, ਕਿ ਇੱਕੋ ਹੀ ਚੀਜ਼ 'ਤੇ ਸਤਿਗੁਰੂ ਜ਼ੋਰ ਦਿੰਦੇ ਰਹੇ ਕਿ ਠੀਕ ਹੈ ਵੀ ਕੰਮ ਕਰਨੇ ਨੇ, ਡਿਊਟੀਆਂ ਕਰਨੀਆਂ ਨੇ, ਸਭ ਕੁਝ ਕਰਨਾ ਹੈ, ਪਰ ਇੱਥੇ ਆਪਣਾ ਕੋਈ ਨਹੀਂ, ਸਤਿਗੁਰਾਂ ਤੋਂ ਇਲਾਵਾ ਸਕਾ ਕੋਈ ਨਹੀਂ ਹੈ, ਤੇ ਉਹਦੇ ਨਾਲ ਬਣਾ ਕੇ ਰੱਖਣੀ ਹੈ, ਉਹਦੇ ਨਾਲ ਲੱਗੇ ਰਹਿਣਾ ਹੈ। ਪਰ ਉਹਨੇ ਕਿਹਾ ਕਿ ਉਹਦੇ ਨਾਲੋਂ ਛੱਡ ਕੇ ਦੂਸਰਿਆਂ ਦੇ ਨਾਲ ਹਿੱਤ ਲੱਗ ਗਿਆ। ਜਿਹੜਾ ਕੰਮ ਕਰਨਾ ਸੀ ਉਹਦੇ ਵੱਲ ਨਹੀਂ ਧਿਆਨ ਆਇਆ, ਭਰਮ ਹੀ ਪਿਆ ਰਿਹਾ। ਇਸੇ ਤਰ੍ਹਾਂ ਹੀ ਕਿਉਂਕਿ ਜਦੋਂ ਥੋੜ੍ਹਾ ਜਿਹਾ ਸਾਨੂੰ ਕੋਈ ਜੀਵਨ ਦੇ ਵਿੱਚ ਦੁੱਖ ਸੁੱਖ ਆਉਂਦੇ ਨੇ ਤੇ ਅਸੀਂ ਹਮੇਸ਼ਾ ਹੀ ਇੱਧਰ ਉੱਧਰ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਪਰ ਚਾਹੀਦਾ ਤੇ ਕੀ ਸੀ ਕਿ ਕੁਛ ਵੀ ਹੋਵੇ, ਦੁੱਖ ਹੋਵੇ, ਸੁੱਖ ਦੇ ਵਿੱਚ ਵੀ ਸਤਿਗੁਰਾਂ ਦਾ ਸ਼ੁਕਰਾਨਾ ਹੋਵੇ, ਦੁੱਖ ਦੇ ਵਿੱਚ ਵੀ ਸਤਿਗੁਰਾਂ ਨੂੰ ਬੇਨਤੀ ਹੋਵੇ, ਅਰਦਾਸ ਹੋਵੇ। ਪਰ ਇੱਥੇ ਅਸੀਂ ਦੁੱਖ ਸੁੱਖ ਕਿਹੋ ਜਿਹੇ ਲੰਘ ਲਏ ਕਿ ਇੱਕ ਦੂਸਰੇ ਦੇ ਨਾਲ ਸਾਡੀਆਂ ਕਈ ਇੱਛਾਵਾਂ ਜੁੜ ਗਈਆਂ, ਤੇ ਇੱਕ ਦੂਸਰੇ ਨੂੰ ਠੀਕ ਕਰਨ ਦੇ ਵਿੱਚ ਇੱਕ ਦੂਸਰੇ ਨਾਲ ਗਿਲੇ ਸ਼ਿਕਵੇ ਕਰਦਿਆਂ ਹੀ ਆਪਣਾ ਜੀਵਨ ਬਤੀਤ ਕਰ ਦਿੱਤਾ। ਤੇ ਉਹਨੇ ਕਿਹਾ ਕਿ ਭਾਦੋਂ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਹੀਂ ਕੇਤ। ਕਹਿੰਦੇ ਲੱਖਾਂ ਸ਼ਿੰਗਾਰ ਕੀਤੇ। ਸ਼ਿੰਗਾਰ ਕਾਹਦੇ ਕੀਤੇ? ਜਿਸ ਤਰ੍ਹਾਂ ਔਰਤ ਸ਼ਿੰਗਾਰ ਕਰਦੀ ਹੈ, ਕਾਹਦੇ ਵਾਸਤੇ ਕਰਦੀ ਹੈ? ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ। ਪਰ ਸਾਡੇ ਸ਼ਿੰਗਾਰ, ਇੱਕ ਸਿੱਖ ਦੇ ਸ਼ਿੰਗਾਰ ਕਾਹਦੇ ਵਾਸਤੇ ਹੁੰਦੇ ਨੇ? ਆਪਣੇ ਸਤਿਗੁਰਾਂ ਨੂੰ ਖੁਸ਼ ਕਰਨ ਵਾਸਤੇ। ਔਰ ਕਿਹੜੇ ਸ਼ਿੰਗਾਰ ਨੇ? ਇਹ ਕੋਈ ਬਾਹਰਲੇ ਸ਼ਿੰਗਾਰਾਂ ਦੀ ਗੱਲ ਨਹੀਂ ਕੀਤੀ ਗਈ, ਕੋਈ ਕੱਪੜਿਆਂ ਦੀ ਜਾਂ ਕੋਈ ਰੰਗਾਂ ਦੀ ਜਾਂ ਕਿਸੇ ਚੀਜ਼ ਦੀ। ਬਾਹਰਲੇ ਉਹਨਾਂ ਦੀ ਜਿਸ ਤਰ੍ਹਾਂ ਕਿਹਾ ਹੈ ਕਿ ਹੁਕਮ, ਮਰਿਆਦਾ, ਜਦੋਂ ਅਸੀਂ ਉਹਦੇ ਵਿੱਚ ਰਹਿੰਦੇ ਹਾਂ ਤੇ ਸਾਨੂੰ ਸਤਿਗੁਰਾਂ ਦੀ ਖੁਸ਼ੀ ਮਿਲਦੀ ਹੈ। ਕਿ ਲੱਖ ਸਿੰਗਾਰ ਬਣਾਇਆ ਕਾਰਜ ਨਹੀਂ ਕੇਤ, ਕਿ ਬਾਹਰੋਂ ਕਈ ਪਖੰਡ ਕਰ ਲਏ, ਪਰ ਜਿਹੜਾ ਅਸਲੀ ਕੰਮ ਕਰਨ ਵਾਲਾ ਸੀ ਕਾਰਜ ਨਹੀਂ ਕੇਤ, ਕਿ ਉਹ ਜਿਹੜਾ ਕੰਮ ਤੇ ਕੀਤਾ ਹੀ ਨਹੀਂ। ਮੈਂ ਕਈ ਵਾਰੀ ਦੱਸਿਆ ਹੈ ਕਿ ਸਤਿਗੁਰਾਂ ਨੇ ਬੜੇ ਵਚਨ ਫਰਮਾਉਣੇ ਕਿ ਬਈ ਸਭ ਤੋਂ ਵੱਡੀ ਚੀਜ਼ ਕੀ ਹੈ? ਸਤਿਗੁਰਾਂ ਦਾ ਹੁਕਮ।
ਜੋ ਉਹ ਹੁਕਮ ਕਰ ਦਿੱਤਾ ਸਤਿਗੁਰਾਂ ਨੇ ਕਿਸੇ ਨੂੰ, ਉਹ ਉਹਦੀ ਜਾਇਦਾਦ ਹੈ, ਉਹ ਉਹਨੂੰ ਸਾਂਭ ਲਏਗਾ ਤੇ ਉਹਨੂੰ ਬਈ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਕੋਈ ਉਹਨੂੰ ਦੁੱਖ ਨਹੀਂ ਆਏਗਾ। ਔਰ ਹਰ ਵਾਸਤੇ ਇੱਕ ਵੱਖਰਾ ਵੱਖਰਾ ਇੱਕ ਹੁਕਮ, ਕਿਸੇ ਨੂੰ ਕਿਸੇ ਚੀਜ਼ ਦਾ ਜ਼ੋਰ ਹੈ, ਕਿਸੇ ਨੂੰ ਕਿਸੇ ਚੀਜ਼ ਦਾ ਜ਼ੋਰ ਹੈ, ਸਤਿਗੁਰ ਸਾਨੂੰ ਹੁਕਮ ਲਗਾਉਂਦੇ ਨੇ ਕਿ ਬਈ ਆ ਜਿਹੜੀਆਂ ਆਦਤਾਂ ਛੱਡੀਏ। ਕੁਝ ਕਾਮਨ ਚੀਜ਼ਾਂ ਹੁੰਦੀਆਂ ਨੇ, ਉਹ ਸਤਸੰਗ ਦੇ ਵਿੱਚ ਸਮਝਾ ਦਿੱਤੀਆਂ ਜਾਂਦੀਆਂ ਨੇ, ਤੇ ਜਦੋਂ ਅਸੀਂ ਉਹਨਾਂ ਦੇ ਉੱਤੇ ਚੱਲਦੇ ਹਾਂ ਤੇ ਫਿਰ ਤੇ ਬਈ ਜੀਵਨ ਦੇ ਵਿੱਚ ਕਦੀ ਵੀ ਕੋਈ ਐਸਾ ਕਸ਼ਟ ਨਹੀਂ ਆਉਂਦਾ, ਕਦੀ ਵੀ ਕੋਈ ਐਸੀ ਅਵਸਥਾ ਨਹੀਂ ਆਉਂਦੀ ਕਿ ਜਿਹਦੇ ਵਿੱਚ ਅਸੀਂ ਕਦੀ ਆਪਣੇ ਆਪ ਨੂੰ ਇਕੱਲਿਆਂ ਸਮਝੀਏ, ਮੌਜੂਦ ਸਮਝੀਏ। ਪਰ ਜਦੋਂ ਅਸੀਂ ਉਹਨਾਂ ਦੇ ਵਚਨਾਂ 'ਤੇ ਕਦੀ ਚੱਲੇ ਹੀ ਨਹੀਂ ਹੁੰਦੇ, ਕਦੀ ਸਮਝਿਆ ਹੀ ਨਹੀਂ ਹੁੰਦਾ, ਤੇ ਫਿਰ ਅਸੀਂ ਛੋਟੀ ਛੋਟੀਆਂ ਚੀਜ਼ਾਂ 'ਤੇ ਫਿਸਲਦੇ ਰਹਿੰਦੇ ਹਾਂ, ਕਦੀ ਕਿਸੇ ਗੱਲ ਤੋਂ ਦੁਖੀ, ਕਦੀ ਕਿਸੇ ਗੱਲ ਤੋਂ ਦੁਖੀ। ਪਰ ਉਹ ਦੁਖੀ ਕਾਹਦੇ ਵਾਸਤੇ? ਕਿ ਸਾਨੂੰ ਕਿਹਾ ਕਿ ਕਾਰਜ ਨਹੀਂ ਕੀਤ, ਕਿ ਉਹ ਕੰਮ ਨਹੀਂ ਕੀਤਾ। ਜਿਸ ਤਰ੍ਹਾਂ ਬੱਚੇ ਨੂੰ ਹੋਮਵਰਕ ਮਿਲਦਾ ਹੈ ਤੇ ਉਹ ਜਦੋਂ ਯਾਦ ਕਰ ਲੈਂਦਾ ਹੈ, ਸਾਰਾ ਕੰਮ ਕਰ ਲੈਂਦਾ ਹੈ, ਤੇ ਉਹਨੂੰ ਸਕੂਲ ਜਾਣ ਤੋਂ ਡਰ ਨਹੀਂ ਲੱਗਦਾ, ਉਹਨੂੰ ਟੀਚਰ ਤੋਂ ਡਰ ਨਹੀਂ ਲੱਗਦਾ, ਉਹਨੂੰ ਕਿਸੇ ਚੀਜ਼ ਤੋਂ ਵੀ ਡਰ ਨਹੀਂ ਲੱਗਦਾ। ਉਹਨੂੰ ਪਤਾ ਹੈ ਕਿ ਬਈ ਮੈਨੂੰ ਸਭ ਕੁਝ ਆਉਂਦਾ, ਮੈਂ ਕੰਮ ਕੀਤਾ ਪਿਆ। ਕੰਮ ਨਾ ਕੀਤਾ ਹੋਵੇ ਤੇ ਫਿਰ ਹਰ ਵੇਲੇ ਮਨ ਡਰਦਾ ਰਹਿੰਦਾ ਕਿ ਪਤਾ ਨਹੀਂ ਕੀ ਬਣਨਾ ਹੈ, ਕੀ ਹੋਣਾ ਹੈ। ਇਸ ਲਈ ਸਤਿਗੁਰ ਦਇਆ ਕਿਰਪਾ ਕਰਨ ਕਿ ਅਸੀਂ ਸੱਚੇ ਮਨੋਂ ਸਤਿਗੁਰਾਂ ਦੀ ਭਗਤੀ ਕਰੀਏ, ਉਹਨਾਂ ਅੱਗੇ ਬੇਨਤੀ ਅਰਦਾਸ ਜਿਹੜੀ ਹੈ ਸੱਚੇ ਮਨੋਂ ਕਰੀਏ। ਬਾਹਰਲਾ ਕਪਟ ਉਹ ਜਿਹੜਾ ਹੈ ਉਹਨੂੰ ਤਿਆਗ ਦਈਏ, ਕਿਉਂਕਿ ਜਿਸ ਤਰ੍ਹਾਂ ਸ਼ਬਦ ਬੋਲਿਆ ਹੈ ਵਿਸੀ ਸਾਹਿਬ ਨੇ ਕਿ ਉਹਨੇ ਕਿ ਪ੍ਰੇਮੀ ਸੁਨੋ ਪ੍ਰੇਮ ਕੀ ਬਾਤ, ਸੇਵਾ ਕਰੋ ਪ੍ਰੇਮ ਸੇ ਗੁਰੂ ਕੀ, ਔਰ ਦਰਸ਼ਨ ਪਰ ਬਲ ਬਲ ਜਾਤ। ਕਿਉਂਕਿ ਸਾਰੀ ਗੱਲ ਹੀ ਪ੍ਰੇਮ ਦੀ ਹੈ। ਜੇ ਪ੍ਰੇਮ ਹੀ ਨਹੀਂ ਆਇਆ ਤੇ ਫਿਰ ਤੁਸੀਂ ਸੋਚੋ ਕਿ ਭਗਤੀ ਕਾਹਦੀ ਹੈ। ਹੁਣ ਕਿਹਾ ਕਿ ਪ੍ਰੇਮ ਤੋਂ ਬਗੈਰ ਤਾਂ ਭਗਤੀ ਹੁੰਦੀ ਨਹੀਂ, ਤੇ ਜੇ ਪ੍ਰੇਮ ਹੀ ਇਕੱਲਾ ਵਿੱਚ ਨਹੀਂ ਹੈਗਾ, ਬਾਕੀ ਸਾਰੀਆਂ ਚੀਜ਼ਾਂ ਅਸੀਂ ਕਰਦੇ ਪਏ ਹਾਂ, ਤੇ ਫਿਰ ਅਸੀਂ ਉਹਨੂੰ ਭਗਤੀ ਨਹੀਂ ਕਹਿ ਸਕਦੇ। ਹੋਰ ਜੋ ਮਰਜ਼ੀ ਨਾਂ ਦਿੱਤਾ ਜਾ ਸਕਦਾ ਹੈ ਉਹਨੂੰ, ਜੋ ਮਰਜ਼ੀ ਅਸੀਂ ਕਹੀਏ, ਕੰਮਕਾਰ ਕਹਿ ਲਈਏ, ਕੋਈ ਚੀਜ਼ਾਂ ਕਹਿ ਲਈਏ, ਆਪਣੇ ਮਨ ਨੂੰ ਥੋੜ੍ਹਾ ਜਿਹਾ ਖੁਸ਼ ਕਰਨ ਵਾਸਤੇ ਜੋ ਮਰਜ਼ੀ ਹੈ। ਪਰ ਜੇ ਪ੍ਰੇਮ ਨਹੀਂ ਹੈਗਾ ਤੇ ਅਸੀਂ ਉਹਨੂੰ ਭਗਤੀ ਨਹੀਂ ਕਹਿ ਸਕਦੇ, ਕਿਉਂਕਿ ਭਗਤੀ ਜਿਹੜੀ ਹੈ ਉਹ ਪ੍ਰੇਮ ਤੋਂ ਬਗੈਰ ਨਹੀਂ ਹੁੰਦੀ ਹੈਗੀ। ਤੇ ਪ੍ਰੇਮ ਇੱਕ ਐਸੀ ਚੀਜ਼ ਹੈ, ਕਿਉਂਕਿ ਉਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜਿਹੜਾ ਸਵੇਰੇ ਖੁਸ਼ ਹੋਵੇ, ਦੁਪਹਿਰੇ ਖੁਸ਼ ਹੋਵੇ, ਰਾਤ ਨੂੰ ਖੁਸ਼ ਹੋ ਜਾਵੇ। ਪ੍ਰੇਮ ਦੀ ਅਵਸਥਾ ਜਿਹੜੀ ਹੈ ਇੱਕੋ ਜਿਹੀ ਰਹਿੰਦੀ ਹਮੇਸ਼ਾ। ਜੇ ਇੱਕ ਵਾਰੀ ਪ੍ਰੇਮ ਹੋ ਗਿਆ ਤੇ ਫਿਰ ਉਹ ਫਿਰ ਬਸ ਇੱਕ ਵਾਰੀ ਜਿੱਥੇ ਪਹੁੰਚ ਗਿਆ ਉਸ ਤੋਂ ਥੱਲੇ ਨਹੀਂ ਆਉਂਦਾ। ਕਿਉਂਕਿ ਕਬੀਰ ਸਾਹਿਬ ਨੇ ਹੋਇਆ ਕਿ ਛਿਨ ਮੇ ਬੜੇ ਛਿਨ ਮੇ ਘਟੇ, ਉਹ ਤੋਂ ਪ੍ਰੇਮ ਨਾਹੀ। ਕਹਿੰਦੇ ਕਿ ਜਿਹੜਾ ਛਿਨ 'ਚ ਹੀ ਵੱਧ ਜਾਂਦਾ, ਛਿਨ 'ਚ ਘਟ ਜਾਂਦਾ ਆ, ਉਹ ਪ੍ਰੇਮ ਨਹੀਂ ਹੈ, ਇਹ ਭੁਲੇਖਾ ਹੈ। ਕਈ ਵਾਰੀ ਸਾਨੂੰ ਸਾਡੇ ਮਨ 'ਚ ਹੁੰਦਾ ਹੈ, ਕਈ ਵਾਰੀ ਹੁੰਦਾ ਕਿ ਨਹੀਂ ਪਹਿਲਾਂ ਤਾਂ ਮੈਨੂੰ ਬੜਾ ਪ੍ਰੇਮ ਸੀ, ਫਿਰ ਮੈਨੂੰ ਆਹ ਪਤਾ ਲੱਗ ਗਿਆ, ਫਿਰ ਮੇਰਾ ਪ੍ਰੇਮ ਘਟ ਗਿਆ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਉਹ ਪ੍ਰੇਮ ਹੁੰਦਾ ਹੀ ਨਹੀਂ ਹੈ। ਜਿਸ ਦਿਨ ਪ੍ਰੇਮ ਹੋ ਗਿਆ ਉਸ ਦਿਨ ਇਹਨੂੰ ਬਾਕੀ ਚੀਜ਼ਾਂ ਸਭ ਭੁੱਲ ਜਾਣੀਆਂ, ਜੋ ਮਰਜ਼ੀ ਹੋਵੇ। ਜਿਨ੍ਹਾਂ ਨੂੰ ਵੀ ਪ੍ਰੇਮ ਹੋਇਆ ਉਹਨਾਂ ਨੂੰ ਕਿਤੋਂ ਪੁੱਛ ਕੇ ਦੇਖੀਏ। ਮੀਰਾ ਬਾਈ ਜੀ ਨੂੰ ਪ੍ਰੇਮ ਹੋਇਆ, ਲੋਕਾਂ ਨੇ ਬੜੇ ਤਾਨੇ ਮਾਰੇ, ਬੜਾ ਕੁਝ ਕਿਹਾ ਕਿ ਤੇਰਾ ਗੁਰੂ ਇਸ ਤਰ੍ਹਾਂ, ਉਹ ਇੱਦਾਂ ਉਸ ਤਰ੍ਹਾਂ, ਘਰ ਵਾਲਿਆਂ ਨੇ ਕਿਹਾ, ਬਾਹਰ ਵਾਲਿਆਂ ਨੇ ਕਿਹਾ, ਸਮਾਜ ਨੇ ਕਿਹਾ, ਪਰ ਨਹੀਂ, ਫਿਰ ਨਹੀਂ ਉਹਨਾਂ ਨੇ ਕਿਸੇ ਦੀ ਸੁਣੀ। ਤੇ ਜਿਨ੍ਹਾਂ ਨੂੰ ਅਸਰ ਹੋ ਜਾਂਦਾ ਸੁਣਿਆ, ਇਹਦਾ ਮਤਲਬ ਕਿ ਉਹ ਪ੍ਰੇਮ ਨਹੀਂ ਹੈ, ਪ੍ਰੇਮ ਦੀ ਉਸ ਅਵਸਥਾ ਤੇ ਪਹੁੰਚੇ ਨਹੀਂ ਹੈ। ਪਰ ਉਸ ਪ੍ਰੇਮ ਨੂੰ ਪਾਉਣਾ ਤੇ ਹਰ ਕੋਈ ਚਾਹੁੰਦਾ ਹੈ, ਕੋਈ ਐਸਾ ਨਹੀਂ ਹੈ ਕਿ ਜਿਹੜਾ ਨਹੀਂ ਪਾਉਣਾ ਚਾਹੁੰਦਾ, ਕਿਉਂਕਿ ਉਹ ਪਤਾ ਇੰਨਾ ਹਰ ਇੱਕ ਨੂੰ ਪਤਾ ਹੈ ਕਿ ਜੋ ਅਸੀਂ ਸੁਣਦੇ ਹਾਂ ਸਤਸੰਗ ਦੇ ਵਿੱਚ ਕਿ ਪ੍ਰੇਮ ਦੇ ਵਿੱਚ ਜੋ ਆਨੰਦ ਹੈ ਉਹ ਕਿਸੇ ਚੀਜ਼ ਦੇ ਵਿੱਚ ਨਹੀਂ ਹੈ। ਉਹਨੂੰ ਪਾਉਣਾ ਹਰ ਕੋਈ ਚਾਹੁੰਦੇ ਆ, ਪਰ ਉਹਦੇ ਵਾਸਤੇ ਸਤਿਗੁਰਾਂ ਨੇ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਮਿਲੇਗਾ, ਕਿਸ ਤਰ੍ਹਾਂ। ਮੈਂ ਕਿਹਾ ਪ੍ਰੇਮ ਨਾ ਬਾੜੀ ਉਪਜੇ, ਪ੍ਰੇਮ ਨਾ ਹਾਟ ਵਿਕਾਏ। ਕਹਿੰਦੇ ਨਾ ਤੇ ਉਹ ਖੇਤਾਂ 'ਚ ਉੱਗਦਾ ਹੈ ਤੇ ਨਾ ਉਹ ਹੱਟੀਆਂ ਤੇ ਵਿਕਦਾ ਹੈ। ਪ੍ਰੇਮ ਨਾ ਬਾੜੀ ਉਪਜੇ, ਪ੍ਰੇਮ ਨਾ ਹਾਟ ਵਿਕਾਏ, ਰਾਜਾ ਪ੍ਰਜਾ ਜੋ ਚਾਹੇ ਸ਼ੀਸ਼ ਦੀਏ ਲੈ ਜਾਏ। ਇੱਕੋ ਹੀ ਸ਼ੀਸ਼ ਕੀ ਦੇਣਾ ਹੈ ਬਾਹਰਲਾ, ਇਹ ਸ਼ੀਸ਼ ਜਿਹੜਾ ਇਹ ਨਹੀਂ ਕਿ ਕੋਈ ਸਿਰ ਵੱਢ ਕੇ ਕੋਈ ਸੁੱਟ ਦੇਣਾ, ਬਸ ਇਹੋ ਹੀ
कि हाँ अपने आप ਨੂੰ ਭੇਟ ਕਰ ਦੇਣਾ ਹੈ। ਫਿਰ ਉਹਦੀ ਰਜ਼ਾ 'ਚ ਰਹਿਣਾ ਹੈ, ਜਿੱਥੇ ਰੱਖਦਾ ਹੈ ਉੱਥੇ ਹੀ ਰਹਿਣਾ ਹੈ, ਜਿਸ ਤਰ੍ਹਾਂ ਚਲਾਉਂਦਾ ਉਸੇ ਤਰ੍ਹਾਂ ਚੱਲਣਾ ਹੈ, ਫਿਰ ਅਸਲੀ ਪ੍ਰੇਮ ਹੈ। ਜੇ ਇਹ ਸ਼ਰਤਾਂ ਰੱਖਦਾ ਹੈ ਕਿ ਨਹੀਂ ਆਹ ਸ਼ਰਤ ਪੂਰੀ ਹੋਏ ਤੇ ਮੇਰਾ ਫਿਰ ਪ੍ਰੇਮ ਹੈ, ਆਹ ਸ਼ਰਤ ਹੋਏਗੀ ਪੂਰੀ ਤੇ ਮੈਂ ਫਿਰ ਚੱਲਾਂਗਾ, ਆਹ ਕੰਮ ਮੇਰਾ ਹੋਏਗਾ ਤੇ ਮੈਂ ਫਿਰ ਕਰਾਂਗਾ, ਫਿਰ ਤਾਂ ਪ੍ਰੇਮ ਕਿੱਥੋਂ ਹੋ ਗਿਆ। ਅਸੀਂ ਸੰਗਤ ਦੇ ਵਿੱਚ ਇੱਕ ਦੂਸਰੇ ਨੂੰ ਮਿਲਦੇ ਹਾਂ, ਕਰਦੇ ਹਾਂ, ਅਸੀਂ ਦੇਖਦੇ ਹਾਂ। ਜਿਸ ਤਰ੍ਹਾਂ ਮੈਂ ਕਈ ਵਾਰੀ ਦੱਸਿਆ ਹੈ ਕਿ ਸਾਡੇ ਪ੍ਰੇਮ ਦੀਆਂ ਕਿੰਨੀਆਂ ਸ਼ਰਤਾਂ ਨੇ। ਕਿਸੇ ਦੀ ਬਿਮਾਰੀ ਠੀਕ ਨਹੀਂ ਹੁੰਦੀ ਤੇ ਉਹ ਛੱਡ ਜਾਂਦਾ ਹੈ, ਉਹ ਕਹਿੰਦਾ ਕਿ ਨਹੀਂ ਮੈਨੂੰ ਮਿਲਿਆ ਨਹੀਂ, ਮੇਰੀ ਬਿਮਾਰੀ ਠੀਕ ਨਹੀਂ ਹੋਈ। ਕਿਸੇ ਨੂੰ ਕੋਈ ਕੰਮ ਕਰਦੀ ਘਾਟ ਹੈ, ਕਿਸੇ ਦੀ ਕੋਈ ਪੜ੍ਹਾਈ ਪੂਰੀ ਨਹੀਂ ਹੋਈ, ਉਹ ਕਹਿੰਦਾ ਉਹਦੇ ਮਨ 'ਚ ਆ ਜਾਂਦਾ ਹੈ ਕਿ ਨਹੀਂ ਹੁਣ ਆਹ ਚੀਜ਼। ਅਸਲ ਦੇ ਵਿੱਚ ਉਹ ਚੀਜ਼ਾਂ ਦੀ ਰੁਕਾਵਟ ਹੀ ਇਹੋ ਚੀਜ਼ ਹੈ ਕਿ ਜੇ ਮੈਂ ਕਹਿੰਦਾ ਕਿ ਜੇ ਸਾਡੇ ਅੰਦਰ ਉਹ ਪੂਰਨ ਪ੍ਰੇਮ ਆ ਜਾਵੇ, ਇਹ ਚੀਜ਼ਾਂ ਧੱਕੇ ਦੇ ਨਾਲ ਹੀ ਅੰਦਰ ਆ ਜਾਂਦੀਆਂ। ਗੁਰੂ ਮਹਾਰਾਜ ਫਰਮਾਉਂਦੇ ਸੀ ਜੇ ਇਹਨੂੰ ਸਤਿਗੁਰਾਂ ਦਾ ਅਸਲੀ ਪ੍ਰੇਮ ਆ ਗਿਆ ਇਹਦੇ ਅੰਦਰ, ਜੇ ਸਤਿਗੁਰਾਂ ਦੀ ਚਾਹਤ ਇਹਦੇ ਅੰਦਰ ਆ ਗਈ ਸੱਚੀ, ਇਹਦੇ ਮਨ 'ਚ ਇੱਕੋ ਹੀ ਖਿਆਲ ਹੋਇਆ ਕਿ ਸਿਰਫ ਮੈਂ ਸਤਿਗੁਰਾਂ ਨੂੰ ਪ੍ਰਾਪਤ ਕਰਨਾ ਹੈ, ਮੈਂ ਸਤਿਗੁਰਾਂ ਨੂੰ ਮਿਲਣਾ ਹੈ। ਤੇ ਉਹਨਾਂ ਦੇ ਵਚਨ ਸੀ ਕਿ ਸਾਰੇ ਸੰਸਾਰ ਦੇ ਜਿੰਨੇ ਦੇਵੀ ਦੇਵਤੇ ਨੇ, ਚਾਹੇ ਮਾਇਆ ਦੇ ਨੇ, ਚਾਹੇ ਪੜ੍ਹਾਈ ਦੇ ਨੇ, ਚਾਹੇ ਖਾਣੇ ਦੇ ਨੇ, ਜਿਸ ਤਰ੍ਹਾਂ ਕਹਿ ਦਿੰਦੇ ਨੇ ਲਕਸ਼ਮੀ ਮਾਤਾ ਇਹ ਪੈਸਾ ਦਿੰਦੀ ਏ, ਇਹ ਸਰਸਵਤੀ ਮਾਤਾ ਇਹ ਪੜ੍ਹਾਈ ਦਿੰਦੀ ਏ, ਅੰਨਪੂਰਨਾ ਇਹ ਭੋਜਨ ਦਿੰਦੀ ਏ, ਜੋ ਵੀ ਦੇਵੀ ਦੇਵਤੇ ਨੇ ਸਤਿਗੁਰ ਫਰਮਾਉਂਦੇ ਸੀ ਇਹਦੇ ਅੱਗੇ ਹੱਥ ਬੰਨ੍ਹ ਕੇ ਖੜੇ ਹੋ ਜਾਂਦੇ ਨੇ ਸਾਰੇ, ਇਹਨੂੰ ਕਿਸੇ ਚੀਜ਼ ਦੀ ਘਾਟ ਹੋ ਹੀ ਨਹੀਂ ਸਕਦੀ। ਪਰ ਗੱਲ ਉਹੀ ਹੈ ਕਿ ਅਜੇ ਪ੍ਰੇਮ ਪੂਰਾ ਨਹੀਂ ਹੋਇਆ। ਇੰਨੀ ਦੇਰ ਸੇਵਾ ਕੀਤੀ, ਇੰਨੀ ਦੇਰ ਸਤਸੰਗ ਸੁਣੇ, ਮਨ ਦੇ ਵਿੱਚ ਫਿਰ ਵੀ ਅਸੀਂ ਸੋਚੀਏ ਕਿ ਕਿਸ ਤਰ੍ਹਾਂ ਦੇ ਖਿਆਲ ਹੁੰਦੇ ਨੇ। ਮਨ ਹਮੇਸ਼ਾ ਹੀ ਕੋਈ ਨਾ ਕੋਈ ਬਹਾਨਾ ਲੱਭਦਾ ਹੀ ਰਹਿੰਦਾ ਹੈ। ਗੁਰਮਤਿ ਦੇ ਫਰਮਾਉਂਦੇ ਸੀ ਕਿ ਕਦੀ ਗਲਤੀ ਨਾਲ ਵੀ ਇਹਦੇ ਮਨ ਦੇ ਵਿੱਚੋਂ ਕੋਈ ਐਸੀ ਚੀਜ਼ ਨਹੀਂ, ਚਾਹੇ ਕਿਸੇ ਤਰ੍ਹਾਂ ਵੀ। ਗੁਰੂ ਨੇ ਫਰਮਾਉਣਾ ਤਰਨ ਤਾਰਨ ਦਰਬਾਰ ਦੇ ਵਿੱਚ ਕੋਈ ਐਸੀਆਂ ਘਟਨਾਵਾਂ ਇੱਕ ਦੋ ਵਾਰੀ ਉਹਨਾਂ ਸਤਸੰਗ ਦੇ ਵਿੱਚ ਸ਼ੇਅਰ ਕੀਤੀਆਂ ਕਿ ਕੋਈ ਮਾਤਾ ਸੀ ਉੱਥੇ, ਉਹਨਾਂ ਨੇ ਕੋਈ ਐਸਾ ਵਚਨ ਕੀਤਾ ਸਤਿਗੁਰਾਂ ਦੀ ਸ਼ੋਭਾ ਦੇ ਵਿੱਚ ਹੀ, ਤੇ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਵਚਨ ਕੀਤਾ ਤੇ ਗੁਰੂ ਮਹਾਰਾਜ ਫਰਮਾਉਣ ਲੱਗੇ ਕਿ ਨਹੀਂ ਬਈ ਬੜਾ ਵੱਡਾ ਇਹ ਦੋਸ਼ ਹੈ, ਗਲਤ ਹੈ। ਇਹ ਐਡਾ ਕਾਹਦਾ, ਇਹ ਕਿਹੜਾ ਪਿਆਰ ਹੈ ਕਿ ਜਿਹਦੇ 'ਚ ਅਦਬ ਵੀ ਭੁੱਲ ਗਿਆ। ਪਿਆਰ ਦੀ ਗੱਲ ਹੋ ਰਹੀ ਸੀ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਜਿਸ ਤਰ੍ਹਾਂ ਹੁਣ ਬੱਚੇ ਛੋਟੇ ਛੋਟੇ ਕਈ ਵਾਰੀ ਲਾੜ ਨਾਲ ਕੋਈ ਚੀਜ਼ ਆਉਂ ਚਪੇੜ ਮਾਰ ਦਿੰਦੇ ਨੇ ਸਿਆਣੇ ਬੰਦੇ ਨੂੰ, ਕੋਈ ਚੀਜ਼ ਕਰ ਦਿੰਦੇ ਨੇ ਤੇ ਫਿਰ ਕਹਿੰਦੇ ਨੇ ਪਿਆਰ ਨਾਲ। ਵੱਡੇ ਵੀ ਕਈ ਵਾਰੀ ਕਹਿੰਦੇ ਉਹ ਕੁਝ ਪਿਆਰ ਨਾਲ ਕੀਤਾ, ਪਿਆਰ ਨਾਲ ਕੀਤਾ। ਪਰ ਪਰਮਾਰਥ ਦੇ ਵਿੱਚ ਇਹ ਚੀਜ਼ ਨਹੀਂ ਹੈਗੀ। ਇੱਥੇ ਪਿਆਰ ਦੇ ਵਿੱਚ ਅਦਬ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਅਦਬ। ਫਿਰ ਸਤਿਗੁਰਾਂ ਨੇ ਇੱਕ ਵਾਰੀ ਫਰਮਾਇਆ ਕਿ ਉਹ ਬਾਣੀ ਉਹਨਾਂ ਨੇ ਲਿਖਿਆ ਕਿ ਚਿੜੀਆਂ ਮਰਨ ਗਵਾਰਾ ਹਾਸਾ, ਉਹ 'ਚ ਵੀ ਸਤਿਗੁਰਾਂ ਨੇ ਨਾਰਾਜ਼ਗੀ ਪੇਸ਼ ਕੀਤੀ। ਕਹਿਣ ਲੱਗੇ ਕਿ ਇਹ ਕੈਸਾ ਪਿਆਰ ਹੈ ਕਿ ਆਪਣੇ ਮੁਰਸ਼ਦ ਨੂੰ ਗਵਾਰ ਕਹਿ ਦਿੱਤਾ। ਦੇਖੋ ਕਿ ਕਿੱਥੋਂ ਤੱਕ ਲੈਵਲ ਹੈ ਭਗਤੀ ਦਾ। ਅਸੀਂ ਕਹਿੰਦੇ ਸਾਡੇ ਅੰਦਰ ਪਿਆਰ ਹੈ, ਲੇਕਿਨ ਅਸੀਂ ਛੋਟੀ ਛੋਟੀਆਂ ਚੀਜ਼ਾਂ ਦੇ ਉੱਤੇ, ਕਈ ਵਾਰੀ ਨਿੱਕੀ ਨਿੱਕੀ ਚੀਜ਼ਾਂ, ਜਿਸ ਤਰ੍ਹਾਂ ਮੈਂ ਕਈ ਵਾਰੀ ਕਹਿੰਦਾ ਹੈ ਕਿ ਛੋਟੀ ਜਿਹੀ ਕੋਈ ਚੀਜ਼ ਨਾ ਮਿਲੇ ਤੇ ਸਾਡੇ ਮਨ ਦੇ ਵਿੱਚ ਉਸੇ ਵੇਲੇ ਹੀ ਰੋਸ ਆਉਣੇ ਸ਼ੁਰੂ ਹੋ ਜਾਂਦੇ ਨੇ। ਬੱਸਾਂ ਟ੍ਰੇਨਾਂ ਛੁੱਟ ਜਾਂਦੀਆਂ ਨੇ ਤੇ ਸਾਡੇ ਮਨ ਦੇ ਵਿੱਚ ਕਈ ਉਲਟ ਪੁਲਟ ਖਿਆਲ ਆਉਣਾ ਸ਼ੁਰੂ ਹੋ ਜਾਂਦੇ ਨੇ। ਲਓ ਜੀ ਛੁੱਟੀ ਲੈ ਕੇ ਆਏ, ਸਾਨੂੰ ਬੱਸ ਨਹੀਂ ਮਿਲੀ। ਚੱਲੇ ਹਾਂ, ਦੇਖੋ ਜੀ ਮੱਥਾ ਟੇਕ ਕੇ ਚੱਲੇ ਹਾਂ, ਗੱਡੀ ਪੈਂਚਰ ਹੋ ਗਈ ਰਸਤੇ ਦੇ ਵਿੱਚ। ਔਰ ਕਈ ਵਾਰੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਬੱਚੇ ਆ, ਦੇਖੋ ਅਸੀਂ ਕਹਿੰਦੇ ਹਾਂ ਕਿ ਮੁੰਡੇ ਕੁੜੀਆਂ ਸਭ ਉਹਦੀਆਂ ਪਰਮਾਤਮਾ ਦੀਆਂ ਦਾਤਾਂ ਨੇ, ਸਾਰਾ ਕੁਛ ਹੀ ਉਹਦੀਆਂ ਦਾਤਾਂ ਨੇ। ਪਰ ਮਨ ਦੇ ਵਿੱਚ ਦੇਖੋ ਅੱਜ ਅਜੇ ਅਸੀਂ ਸਾਰੇ ਦੇਖਦੇ ਪਏ ਹਾਂ ਕਿ ਜੋ ਪਿਛਲਾ ਇੱਕ ਸਰਵੇ ਚੱਲ ਰਿਹਾ ਸੀ ਕਿ ਸਾਡੇ 1000 ਲੜਕਿਆਂ ਦੇ ਪਿੱਛੇ 800 ਕੁਝ ਲੜਕੀਆਂ ਨੇ। ਹੁਣ ਇੱਕ ਪਰਮਾਤਮਾ ਦੀ ਜੋ ਵੀ ਉਹਦੀ ਇੱਕ ਬਣਾਈ ਇੱਕ ਵਿਧਾਨ ਜੋ ਹੈ, ਉਹਦੇ ਵਿੱਚ ਅਸੀਂ ਦਖਲ ਦਿੱਤੀ। ਅੱਜ ਕੱਲ੍ਹ ਮਸ਼ੀਨਾਂ ਆ ਗਈਆਂ,
ਠੀਕ ਹੈ, ਕਈ ਕੁਛ ਚੈੱਕ ਕਰਕੇ ਕੁੱਖਾਂ ਦੇ ਵਿੱਚ ਹੀ ਬੇਟੀਆਂ ਨੂੰ ਖਤਮ ਕਰ ਦੇਣਾ ਸ਼ੁਰੂ ਕਰ ਦਿੱਤਾ ਗਿਆ। ਉਹਦਾ ਕੀ ਹੋਇਆ ਹੁਣ? ਹੁਣ ਕਿੱਥੇ ਕਿੱਥੇ ਦਿੱਕਤ ਆ ਰਹੀ ਹੈ? ਸਾਰੀ ਉਹ ਜਿਹੜੀ ਸੀ ਬੈਲੈਂਸ ਜਿਹੜਾ ਵਿਗੜ ਗਿਆ। ਹੁਣ ਹਰ ਕੋਈ ਚਾਹੁੰਦਾ ਹੈ, ਅੱਜ ਕਿਸੇ ਦਾ ਮੁੰਡਾ, ਅੱਜ ਮੇਰੇ ਕੋਲ ਇੱਥੇ ਕਈ ਐਸੇ ਬੱਚੇ ਅੱਜ ਵੀ ਸੰਗਤ ਦੇ ਵਿੱਚ ਐਸੇ ਹੈਗੇ ਨੇ ਜਿਹੜੇ ਤਰਲੇ ਮਾਰਦੇ ਨੇ, ਗੁਰੂ ਮਹਾਰਾਜ ਜੀ ਕੋਈ ਲੜਕੀ ਨਹੀਂ ਹੈਗੀ, ਕੋਈ ਲੜਕੀ ਡੇਰਿਓਂ ਕੋਈ ਐਸੀ ਕੋਈ ਹੋ ਜੇ, ਕੋਈ ਸੰਗਤ 'ਚ ਐਸੀ ਹੋਵੇ, ਸਾਡੇ ਮੁੰਡੇ ਦਾ ਵਿਆਹ ਨਹੀਂ ਹੋਣ ਦਿਆ। ਗੁਰੂ ਮਹਾਰਾਜ ਜੀ ਵੀ ਫਰਮਾਉਂਦੇ ਹੁੰਦੇ ਸੀ ਕਿ ਕਿਸੇ ਟਾਈਮ ਦੇ ਉੱਤੇ ਬਈ ਲੜਕੀਆਂ ਨਹੀਂ ਲੱਭਣੀਆਂ ਮੁੰਡਿਆਂ ਦੇ ਵਿਆਹ ਨੂੰ। ਹੁਣ ਹਰ ਕੋਈ ਆਪਣੇ ਉਸੇ ਚਾਹੁੰਦਾ ਹੈ, ਪਰ ਜੇ ਘਰ ਦੇ ਵਿੱਚ ਲੜਕੀ ਹੋ ਜਾਵੇ ਤੇ ਫਿਰ ਕਹਿੰਦੇ ਨੇ ਕਿ ਓਹੋ। ਬੜੇ ਬੜੇ ਸਤਸੰਗੀ, ਮੈਂ ਕਈ ਵਾਰੀ ਜਦੋਂ ਉਹਨਾਂ ਬੜੀ ਮਨ ਦੇ ਵਿੱਚ ਆਉਂਦੀ ਏ ਕਿ ਦੇਖੋ ਕਿ ਹੋਰ ਕੋਈ ਜਿਹਨੂੰ ਨਾ ਪਤਾ ਹੋਵੇ ਉਹ ਤਾਂ ਇੱਕ ਅਲੱਗ ਗੱਲ ਹੈ। ਅਸੀਂ ਸਭ ਕੁਝ ਦੇਖਦੇ ਹਾਂ, ਮੁੰਡਿਆਂ ਦਾ ਵੀ ਹਾਲ ਦੇਖਿਆ, ਕੁੜੀਆਂ ਦਾ ਵੀ ਹਾਲ ਦੇਖਿਆ, ਸਭ ਕੁਝ ਦੇਖਿਆ। ਸੁੱਖ ਦੁੱਖ ਤੇ ਚਲੋ ਸਤਿਗੁਰੂ ਹੀ ਬਖਸ਼ਣ ਹੁੰਦਾ ਆ, ਪਰ ਅਜੇ ਵੀ ਉਹ ਪੁਰਾਣੀਆਂ ਜਿਹੜੀਆਂ ਕੁਰੀਤੀਆਂ ਸੀ ਉਹਦੇ ਨਾਲ ਮਨ ਇੰਨਾ ਜੁੜਿਆ ਹੈ। ਮੈਂ ਕਈ ਵਾਰੀ ਦੱਸਿਆ ਹੈ ਕਿ ਇਹੋ ਇਹੋ ਜਿਹੇ ਲੜਕੇ ਅਜੇ ਪੜ੍ਹੇ ਪੜ੍ਹੇ ਲਿਖੇ ਇੰਨੇ ਨੇ, ਸਭ ਕੁਛ ਹੈ, ਤੇ ਉਹ ਵਿਚਾਰੇ ਵੇਖਦੇ ਪਏ ਨੇ। ਮੈਂ ਥੋੜ੍ਹੇ ਦਿਨ ਪਹਿਲਾਂ ਕੋਈ ਗੱਲ ਕਰਦਾ ਪਿਆ ਸੀ ਕਿਤੇ ਸ਼ਹਿਰ ਦੇ ਵਿੱਚ, ਉਹ ਬੱਚਾ ਹੈ, ਉਹਦੀ ਕਾਫੀ ਏਜ ਹੋ ਗਈ ਹੈ, ਅੱਛੀ ਪਰਿਵਾਰ ਹੈ, ਸਭ ਕੁਛ ਬੜਾ ਵਧੀਆ ਹੈ, ਕਾਰੋਬਾਰ ਬੜਾ ਵਧੀਆ ਹੈ। ਪਿੱਛੇ ਜੇ ਉੱਥੇ ਮਿਲੇ ਤੇ ਕਹਿਣ ਲੱਗੇ, ਪੁੱਛਣ ਲੱਗੇ ਕਿ ਕੋਈ ਲੜਕੀ ਨਹੀਂ ਇਸ ਤਰ੍ਹਾਂ ਆਪਣੇ ਕੋਈ ਜੋ ਵੀ ਉਹਨਾਂ ਦੇ ਪਹਿਲਾਂ ਕਾਸਟ ਦੇ, ਜੋ ਅੱਜ ਤੋਂ ਪਹਿਲਾਂ 5-7 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਇਸ ਕਾਸਟ 'ਚ ਕੋਈ ਸਾਨੂੰ ਕੋਈ ਲੜਕੀ ਮਿਲ ਜਾਏ। ਤੇ ਚਲੋ ਨਹੀਂ, ਉਦੋਂ ਦੱਸਿਆ ਕਿ ਨਹੀਂ ਬੇਟੇ ਸਾਡੇ ਨਹੀਂ ਇਸ ਤਰ੍ਹਾਂ ਹੁੰਦਾ, ਜੋ ਵੀ ਗੁਰਮਾਏ ਮੌਤ ਜਿਸ ਤਰ੍ਹਾਂ ਵੀ ਆ, ਕੋਈ ਐਸੀਆਂ ਨਹੀਂ ਉੱਥੇ ਜਾਤਾਂ ਪਾਤਾਂ ਦੇਖੀਆਂ ਜਾਂਦੇ। ਹੁਣ ਅੱਜ 5-7 ਸਾਲ ਹੋਰ ਲੰਘ ਗਏ, 40-45 ਸਾਲ ਉਹਦੀ ਉਮਰ ਹੋ ਗਈ ਬੇਟੇ ਦੀ, ਤੇ ਹੁਣ ਉਹ ਪਿੱਛੇ ਮਿਲੇ ਤੇ ਤਰਲੇ ਮਾਰਨ ਕਹਿੰਦੇ ਕਿ ਕੋਈ ਹੋਵੇ, ਕੋਈ ਲੜਕੀ ਹੋਵੇ, ਸਾਨੂੰ ਰਿਸ਼ਤਾ ਕਰਵਾ ਦਿਓ। ਹੁਣ ਦੇਖੋ ਉਸ ਚੀਜ਼ ਨੂੰ ਕਿੰਨਾ ਹੋਇਆ, ਕਦਰ ਹੋ ਰਹੀ ਹੈ। ਪਰ ਉਸ ਚੀਜ਼ ਨੂੰ ਸਮਝ ਨਹੀਂ ਰਹੇ। ਮੈਂ ਕਈ ਵਾਰੀ ਸੁਣਦਾ ਕਿ ਕਈ ਵਾਰੀ ਘਰਾਂ 'ਚ ਜਦੋਂ ਬੇਟੀਆਂ ਪੈਦਾ ਹੁੰਦੀਆਂ ਨੇ, ਸਿਆਣੇ ਬਿਆਣੇ, ਔਰ ਮੈਂ ਕਈ ਵਾਰੀ ਦੱਸਦਾ ਕਿ ਚਲੋ ਮੈਂ ਪਿੱਛੇ ਜਿਹੇ ਵੀ ਇੱਕ ਕੈਂਪ ਲੱਗੇ ਸੀ, ਉਦੋਂ ਵੀ ਇਹ ਗੱਲ ਕਹੀ ਸੀ ਕਿ ਹੋਰ ਕੋਈ ਦੁਖੀ ਨਹੀਂ, ਬੰਦਾ ਕੋਈ ਦੁਖੀ ਨਹੀਂ ਹੈਗਾ। ਘਰਾਂ ਦੇ ਵਿੱਚ ਨੂੰਹ ਸੱਸ ਦੀ ਲੜਾਈ ਹੁੰਦੀ ਏ ਤੇ ਕਦੀ ਕੋਈ ਕਿਸੇ ਤਰ੍ਹਾਂ, ਕਦੀ ਸੁਣਿਆ ਕਿ ਸੱਸ ਦੀ ਉਹਦੀ ਸਹੁਰੇ ਦੀ ਤੇ ਨੂੰਹ ਦੀ ਲੜਾਈ ਹੁੰਦੀ ਹੋਵੇ? ਕਿੰਨੇ ਕੁ ਕੇਸ ਆਉਂਦੇ ਨੇ। ਜ਼ਿਆਦਾਤਰ ਜਿਹੜੀਆਂ ਨੂੰਹ ਸੱਸਾਂ ਦੀਆਂ ਲੜਾਈਆਂ ਹੁੰਦੀਆਂ ਨੇ, ਹੈ ਨੂੰਹ ਵੀ ਔਰਤ ਹੀ ਹੈ ਤੇ ਸੱਸ ਵੀ ਔਰਤ ਹੀ ਹੈ। ਮੁੰਡੇ ਕੁੜੀਆਂ ਹੁੰਦੇ ਨੇ, ਤੇ ਇੱਥੇ ਮੈਂ ਕਈ ਵਾਰੀ ਦਰਬਾਰ 'ਚ ਵੀ ਦੇਖਦਾ ਹੈ, ਦੁਖੀ ਕੋਈ ਹੋਰ ਨਹੀਂ ਹੁੰਦਾ। ਕਦੀ ਮੈਨੂੰ ਕਿਸੇ ਬੰਦੇ ਨੇ ਆਣ ਕੇ ਜਾਂ ਕਿਸੇ ਜੈਂਟਸ ਨੇ ਆਣ ਕੇ ਨਹੀਂ ਕਿਹਾ, ਉਹ ਖੁਸ਼ ਹੋਣਗੇ, ਗੁਰੂ ਮਹਾਰਾਜ ਜੀ ਬੜੀ ਵਧੀਆ, ਸਾਨੂੰ ਤੇ ਖਿਡੌਣਾ ਮਿਲ ਗਿਆ, ਸਾਨੂੰ ਤੇ ਉਹ ਮਿਲ ਗਿਆ। ਤੇ ਔਰਤਾਂ ਆਣ ਕੇ ਜਿਹੜੀਆਂ ਕਹਿੰਦੀਆਂ ਗੁਰੂ ਮਹਾਰਾਜ ਜੀ ਮੁੰਡਾ ਦੇ ਦਿੰਦੇ ਤੇ ਵਧੀਆ ਹੁੰਦਾ। ਵੈਸੇ ਔਰਤ ਹੀ ਦੁਖੀ ਹੈ, ਔਰਤ ਤੋਂ ਦੁਖੀ ਹੈ। ਦੇਖੋ ਮਤਲਬ ਇਹ ਕਿਸ ਤਰ੍ਹਾਂ ਦਾ ਜਿਹੜਾ ਸਮਾਂ, ਅਸੀਂ ਤੇ ਇੱਕ ਇਨਸਾਨ ਨਾ ਅਜੇ ਬਣੇ, ਅਸੀਂ ਇੱਕ ਦੂਜੇ ਦੀ ਅਜੇ ਉਹ ਚੀਜ਼ ਨਾ ਸਮਝ ਸਕੇ, ਅਸੀਂ ਅਜੇ ਸਤਸੰਗੀ ਬਣਨਾ ਤਾਂ ਬੜਾ ਦੂਰ ਦੀ ਗੱਲ ਹੋ ਗਈ। ਇਸ ਲਈ ਸਤਿਗੁਰਾਂ ਦਾ ਜਿਹੜਾ ਸੰਦੇਸ਼ ਉਹ ਤਾਂ ਬਹੁਤ ਉੱਚਾ ਹੈ, ਬਹੁਤ ਹੀ ਉੱਚਾ। ਮੈਂ ਕਈ ਵਾਰੀ ਕਿਹਾ ਹੈ ਕਿ ਭਗਤੀ ਦੀ ਤੇ ABC ਤੱਕ ਵੀ ਨਹੀਂ ਅਸੀਂ ਪਹੁੰਚੇ ਅਜੇ, ਭਗਤੀ ਤਾਂ ਬੜੀ ਦੂਰ ਦੀ ਗੱਲ ਹੈ। ਭਗਤੀ ਸਾਡੇ ਅਜੇ ਸ਼ੋਅ ਵੀ ਨਹੀਂ ਅਜੇ ਲੱਗੀ ਸਾਨੂੰ, ਅਜੇ ਤੇ ਸਿਰਫ ਇਹ ਸੰਸਾਰੀ ਹੀ ਇਹਨਾਂ ਚੀਜ਼ਾਂ, ਇੱਕ ਇਨਸਾਨੀਅਤ ਤੋਂ ਹੀ ਥੱਲੇ ਹੋ ਗਿਆ। ਕਿਉਂਕਿ ਉਹਨਾਂ ਨੇ ਬਾਣੀ 'ਚ ਲਿਖਿਆ ਹੈ, ਇਨਸਾਨ ਤੋਂ ਉੱਪਰ ਜਾਂਦਿਆਂ ਨੂੰ ਕੋਈ ਟਾਈਮ ਨਹੀਂ ਲੱਗਦਾ, ਕਿਉਂ ਇਨਸਾਨ ਦੇ ਵਿੱਚ ਉਹਨੇ ਗੁਣ ਐਸੇ ਪੈਦਾ ਕੀਤੇ ਨੇ ਕਿ ਆਪਣੇ ਆਪ ਹੀ ਉੱਡਦਾ ਹੈ। ਲੇਕਿਨ ਜਦੋਂ ਇਨਸਾਨ ਤੋਂ ਗਿਰ ਕੇ ਹਵਾਨ ਬਣਦਾ ਹੈ, ਉਦੋਂ ਇਹਨੂੰ ਫਿਰ ਮੁਸ਼ਕਲ ਆਉਂਦੀ ਹੈ। ਇਸ ਲਈ ਗੁਰੂ ਮਹਾਰਾਜ ਜੀ ਨੇ ਸਾਨੂੰ ਕਦੀ ਕੋਈ ਇਹ ਨਹੀਂ ਕਿਹਾ ਕਿ ਉਹ ਸਾਨੂੰ ਸਿਰਫ ਇੱਕੋ ਗੱਲ ਕਹੀ ਕਿ ਇਨਸਾਨ ਬਣੋ। ਜਿਸ ਤਰ੍ਹਾਂ ਪਿੱਛੇ ਵੀ ਇੱਕ ਦੱਸਿਆ ਸੀ ਕਿ ਹੈ ਅਸੀਂ ਸਾਰੇ ਇਨਸਾਨ ਬੰਦੇ ਹੀ ਹਾਂ, ਫਿਰ ਕਿਹਾ ਜਾਂਦਾ ਹੈ ਬੰਦਾ ਬਣ ਜਾ ਬੰਦਾ। ਕਿਉਂ ਕਿਹਾ ਜਾਂਦਾ ਹੈ? ਮਤਲਬ ਕਿ ਕਿਤੇ ਨਾ ਕਿਤੇ ਅਸੀਂ ਉਸ ਅਵਸਥਾ ਤੋਂ ਥੱਲੇ ਗਿਰ ਗਏ ਤਾਂ ਹੀ ਸਾਨੂੰ ਕਿਹਾ ਜਾਂਦਾ ਹੈ। ਪਰ ਉਹ ਘੱਟ
ਜਿਹੜੇ ਸਤਿਗੁਰਾਂ ਦੇ ਵਚਨ ਮੰਨ ਰਹੇ ਨੇ, ਜਿਹੜੇ ਉਹਨਾਂ ਦੇ ਭਾਣੇ ਦੇ ਵਿੱਚ ਖੁਸ਼ ਨੇ, ਜੋ ਉਹਨਾਂ ਦਾ ਪ੍ਰਸ਼ਾਦ ਜਿਸ ਤਰ੍ਹਾਂ ਵੀ ਹੁੰਦੇ ਉਹਨਾਂ ਦੇ ਵਿੱਚ ਖੁਸ਼ੀ ਹੈ, ਮੈਂ ਕਹਿੰਦਾ ਉਹ ਬੜੇ ਭਾਗਾਂ ਵਾਲੇ ਨੇ, ਉਹ ਬੜੇ ਹੀ ਕਿਸਮਤ ਵਾਲੇ ਨੇ। ਉਹ ਸਤਿਗੁਰਾਂ ਦੀ ਗੋਦ ਦੇ ਵਿੱਚ ਹੀ ਨੇ, ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਕਦੀ ਨਾ ਹੋਈ ਆ ਨਾ ਹੋ ਸਕਦੀ ਹੀ ਹੈ। ਪਰ ਜਿਹੜੇ ਹਮੇਸ਼ਾ ਹੀ ਹੌਰੇ ਨਿਹੌਰੇ ਕਰਦੇ ਹੀ ਰਹਿੰਦੇ ਨੇ, ਆਦਤ ਹੀ ਪੈ ਗਈ ਏ, ਉਹਨਾਂ ਦੀ ਜ਼ਿੰਦਗੀ ਹੌਰੇ ਨਿਹੌਰਿਆਂ 'ਚ ਹੀ ਨਿਕਲਦੀ ਹੈ ਹਮੇਸ਼ਾ ਹੀ। ਜਿਨ੍ਹਾਂ ਨੇ ਉਸ ਚੀਜ਼ ਨੂੰ ਪਰੇ ਕਰਕੇ ਰੱਖ ਦਿੱਤਾ ਕਿ ਜੋ ਸਤਿਗੁਰਾਂ ਨੂੰ ਮਨਜ਼ੂਰ ਹੈ, ਜੋ ਉਹਦੀ ਰਜਾ ਹੈ, ਕਹਿੰਦੇ ਨਾ ਰਾਜੀ ਹੈ ਉਸੀ ਮੈਂ ਜਿਸਮੇ ਤੇਰੀ ਰਜਾ ਹੈ। ਜੇ ਉਸ ਚੀਜ਼ ਦੇ ਵਿੱਚ ਆ ਗਏ ਤੇ ਫਿਰ ਇਸ ਚੀਜ਼ ਦੀ ਗਰੰਟੀ ਹੈ, ਇਹਨੂੰ ਕਿਸੇ ਚੀਜ਼ ਤੋਂ ਵੀ ਇਹਨੂੰ ਦੁੱਖ ਨਹੀਂ ਹੋਏਗਾ। ਚੀਜ਼ ਕੋਈ ਵੀ ਪ੍ਰਸਥਿਤੀ ਦੇ ਅਨੁਕੂਲ ਹੋਵੇ ਜਾਂ ਪ੍ਰਤੀਕੂਲ ਹੋਵੇ, ਕੋਈ ਫਰਕ ਨਹੀਂ ਇਹਦੇ ਨਾਲ, ਕਿਉਂਕਿ ਇਹ ਜਿੱਥੇ ਜੁੜਿਆ ਹੈ ਉੱਥੇ ਹਮੇਸ਼ਾ ਹੀ ਸਥਿਰਤਾ ਹੈ। ਇਸ ਬਾਣੀ ਚ ਉਹਨਾਂ ਨੇ ਇੱਕ ਸ਼ਬਦ ਹੈਗਾ ਕਿ ਤੂੰ मेरो पर्वत स्वामी, ਉਹ ਚ ਉਹਨਾਂ ਨੇ ਹੋਇਆ ਕਿ ਨਾ ਤੁਮ ਡੋਲੋ ਨਾ ਹਮ ਡੋਲੇ, ਇਸ ਤਰ੍ਹਾਂ ਕਰਕੇ ਉਹਨਾਂ ਨੇ ਕਿਹਾ ਕਿ ਨਾ ਮੇਰ ਪਰਬਤ ਜਿਹੜਾ ਬੜਾ ਵੱਡਾ ਪਰਬਤ ਹੈ, ਕਹਿੰਦੇ ਕਿ ਮੇਰਾ ਤਾਂ ਐਸੇ ਸਤਿਗੁਰਾਂ ਨਾਲ ਨਾਤਾ ਹੈ ਜਿਹੜਾ ਬਹੁਤ ਹੀ ਵਿਸ਼ਾਲ। ਕਹਿੰਦੇ ਕਿ ਜਿਹੜੀ ਛੋਟੀਆਂ ਮੋਟੀਆਂ ਚੀਜ਼ਾਂ ਉਹਦੇ ਡੋਲਦੀਆਂ ਰਹਿੰਦੀਆਂ ਨੇ, ਪਰ ਮੇਰਾ ਉਹਦੇ ਨਾਲ ਨਾਤਾ ਹੈ, ਨਾ ਉਹ ਕਦੀ ਡੋਲਿਆ ਤੇ ਜਦੋਂ ਮੈਂ ਉਹਦੇ ਨਾਲ ਸੰਪਰਕ ਉਹਦੇ ਉੱਤੇ ਖੜਾ ਹੈ ਤੇ ਫਿਰ ਮੈਂ ਕਿੱਦਾਂ ਡੋਲਾਂਗਾ ਜਦੋਂ ਉਹੀ ਨਹੀਂ ਡੋਲਿਆ ਐਡਾ ਵੱਡਾ ਪਹਾੜ। ਇਸੇ ਤਰ੍ਹਾਂ ਹੀ ਸਾਡਾ ਭਰੋਸਾ ਭਾਵ ਜਿਹੜਾ ਇੰਨਾ ਵੱਡਾ ਹੋਏਗਾ ਸਤਿਗੁਰਾਂ ਦੇ ਉੱਤੇ, ਤੇ ਫਿਰ ਅਸੀਂ ਕਦੀ ਡੋਲਾਂਗੇ ਨਹੀਂ। ਤੇ ਉਹਨੇ ਫਰਮਾਇਆ ਕਿ ਭਾਦੋ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਹੀਂ ਕੇਤ। ਬਾਕੀ ਸਿੰਗਾਰ ਸਾਡੇ ਕਿਸੇ ਕੰਮ ਨਹੀਂ, ਠੀਕ ਹੈ, ਜੋ ਵੀ ਅਸੀਂ ਸੇਵਾ ਕਰਦੇ ਹਾਂ ਬਾਹਰਲੇ ਤੌਰ ਦੇ ਉੱਤੇ ਕਰਦੇ ਹਾਂ, ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾ। ਮੈਂ ਕਈ ਵਾਰੀ ਕਿਹਾ ਕਿ ਬਾਹਰ ਜਾ ਕੇ ਦੇਖੀਏ, ਕਈ ਐਸੇ ਲੋਕ ਨੇ ਸਾਰਾ ਸਾਰਾ ਦਿਨ, ਬੱਚੇ ਛੋਟੇ ਛੋਟੇ ਗਰੀਬ ਬੱਚੇ ਨੇ, ਸਾਰਾ ਸਾਰਾ ਦਿਨ ਭਾਂਡੇ ਮਾਂਜਦੇ ਨੇ, ਕੱਪੜੇ ਧੋਂਦੇ ਨੇ, ਸਫਾਈਆਂ ਕਰਦੇ ਨੇ, ਫਿਰ ਰੋਟੀ ਮਿਲਦੀ ਹੈ, ਰੋਟੀ ਖਾ ਕੇ ਫੁੱਟਪਾਥ 'ਤੇ ਸੌਂ ਜਾਂਦੇ ਨੇ ਕਿ ਉਹ ਉਹਨਾਂ 'ਚ ਜਾਣ ਨਹੀਂ ਕਿ ਉਹ ਕੰਮ ਨਹੀਂ ਕਰ ਰਹੇ। ਸੇਵਾ ਜਿਹੜੀ ਹੈ ਇਸ ਚੀਜ਼ ਤੋਂ ਉੱਠ ਕੇ ਅੰਦਰ ਪਿਆਰ ਆਵੇ ਪਹਿਲਾਂ, ਕਹਿੰਦੇ ਕਿ ਸੇਵਾ ਕਰੋ ਪ੍ਰੇਮ ਸੇ ਗੁਰੂ ਕੀ, ਪ੍ਰੇਮ ਦੇ ਨਾਲ ਸੇਵਾ ਹੋਣੀ ਹੈ। ਤੇ ਕੋਈ ਵੀ ਸੇਵਾ, ਜਿਸ ਤਰ੍ਹਾਂ ਅਸੀਂ ਸ਼ਬਦ ਬੋਲਦੇ ਹਾਂ ਇਹ ਵੀ ਸੇਵਾ ਹੈ, ਭਾਂਡੇ ਮਾਂਜ ਰਹੇ ਹਾਂ ਉਹ ਵੀ ਸੇਵਾ ਹੈ, ਫੁਲਕਾ ਖਾ ਰਹੇ ਹਾਂ ਉਹ ਵੀ ਸੇਵਾ ਹੈ, ਫੁਲਕਾ ਵਰਤਾ ਰਹੇ ਹਾਂ ਉਹ ਵੀ ਸੇਵਾ ਹੈ, ਪੋਚੇ ਮਾਰ ਰਹੇ ਹਾਂ ਉਹ ਵੀ ਸੇਵਾ ਹੈ, ਕੋਈ ਵੀ ਕੰਮ ਕਰ ਰਹੇ ਸੇਵਾ ਹੀ ਹੈ। ਪਰ ਉਹ ਸੇਵਾ ਕਦੋਂ ਹੈ ਜੇ ਵਿੱਚ ਪ੍ਰੇਮ ਸ਼ਾਮਲ ਹੈ। ਇਸ ਲਈ ਹਮੇਸ਼ਾ ਸਤਿਗੁਰਾਂ ਦੇ ਅੱਗੇ ਅਰਦਾਸ ਵੀ ਕਰੀਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸੱਚਾ ਪ੍ਰੇਮ ਬਖਸ਼ਣ, ਕਿਉਂਕਿ ਪ੍ਰੇਮ ਤੋਂ ਹੀ ਸ਼ੁਰੂਆਤ ਹੁੰਦੀ ਹੈ। ਔਰ ਜਦੋਂ ਇਹਦੇ ਅੰਦਰ ਪ੍ਰੇਮ ਆ ਗਿਆ, ਇਹਦੇ ਅੰਦਰ ਦਇਆ ਆਏਗੀ। ਜਦੋਂ ਦਇਆ ਆਏਗੀ ਤੇ ਭਗਤੀ ਇਹਦੇ ਆਪਣੇ ਆਪ ਹੀ ਇਹਦੀ ਅੱਗੇ ਵਧੇਗੀ। ਇਸੇ ਕਰਕੇ ਉਹਨਾਂ ਤੁਲਸੀ ਸਾਹਿਬ ਨੇ ਕਿਹਾ ਨਾ, ਮੈਂ ਕਿਹਾ ਕਿ ਤੁਲਸੀ ਦਇਆ ਨਾ ਛੋੜੀਏ ਜਬ ਲਗ ਘਟਮੇ ਪ੍ਰਾਣ। ਕਹਿੰਦੇ ਜਦੋਂ ਤੱਕ ਵੀ ਇਹ ਪ੍ਰਾਣ ਹੈਗੇ ਨੇ, ਇਹ ਜਿਹੜੀ ਦਇਆ ਜਿਹੜੀ ਹੈ ਮਨ 'ਚ ਵਸਦੀ ਰਹੇ। ਕਦੀ ਵੀ ਕੋਈ ਕਿਸੇ ਦਾ ਮਨ ਨਾ ਦੁਖਾਵੇ, ਕੋਈ ਐਸੀ ਗੱਲ ਨਾ ਕਰੇ, ਕਿਸੇ ਨੂੰ ਕੋਈ ਐਸੀ ਚੀਜ਼ ਨਾ ਹੋਵੇ, ਤੇ ਫਿਰ ਬਈ ਇਹ ਅਸਲੀ ਜਿਹੜਾ ਸਿੱਖ ਹੈ। ਇਸ ਲਈ ਉਹਨੂੰ ਫਰਮਾਇਆ ਬਾਣੀ ਜੀ ਕਹਿੰਦਾ ਨਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਸਿੱਖ ਦਾ ਮਤਲਬ ਕਿ ਸਿੱਖ ਹੁੰਦਾ ਹੀ ਉਹ ਜਿਹੜਾ ਰਹਿਤ 'ਚ ਰਵੇ, ਮਰਿਆਦਾ 'ਚ ਰਵੇ। ਤੇ ਉਹਨਾਂ ਨੇ ਕਿਹਾ ਕਿ ਬਾਹਰਲੇ ਤੌਰ ਤੇ ਕੋਈ ਤਿਲਕ ਲਗਾਉਣ ਨਾਲ, ਕੋਈ ਬਾਹਰਲੇ ਤੌਰ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਵੇਸ਼ ਭੂਸ਼ਾ ਚੇਂਜ ਕਰਨ ਨਾਲ, ਜਾਂ ਬਾਹਰਲੇ ਤੌਰ ਤੇ ਕੋਈ ਮੱਥਾ ਟੇਕਣ ਨਾਲ ਕੋਈ ਸਿੱਖ ਨਹੀਂ ਬਣ ਗਿਆ। ਰਹਿਤ ਪਿਆਰੀ, ਰਹਿਤ ਦੇ ਵਿੱਚ ਰਹਿਣ ਦੇ ਨਾਲ ਹੀ ਸਿੱਖੇ। ਇਸ ਲਈ ਰਹਿਤ ਜਿਹੜੀ ਆ ਉਹ ਧਾਰਨ ਕਰੀਏ, ਹਮੇਸ਼ਾ ਉਹਦੇ ਵਿੱਚ ਰਹੀਏ, ਤੇ ਸਤਿਗੁਰਾਂ ਦੀ ਦਇਆ ਕਿਰਪਾ ਪ੍ਰਾਪਤ ਹੁੰਦੀ ਰਹੇਗੀ। ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਸਭ ਤੇ ਕਿਰਪਾ ਕਰਨ, ਐਸਾ ਪ੍ਰੇਮ ਬਖਸ਼ਣ ਕਿ ਜਿਹੜੀ ਅਸੀਂ ਕਦੀ ਵੀ ਸਾਡੇ ਕੋਲ ਕੋਈ ਐਸੀ ਕੋਈ ਭੁੱਲ ਨਾ ਹੋਵੇ। ਕਿਉਂਕਿ ਇੱਕ ਤਾਂ ਸੰਸਾਰੀ ਤੌਰ ਦੇ ਉੱਤੇ ਜਿਹੜੀਆਂ ਭੁੱਲਾਂ ਹੁੰਦੀਆਂ ਨੇ, ਇੱਕ ਸਤਿਗੁਰਾਂ ਦੇ ਉਸ ਵਚਨ ਨੂੰ ਅਸੀਂ ਲੰਘ ਕੇ ਜਿਹੜੀ ਭੁੱਲ ਕਰ ਲੈਂਦੇ ਹਾਂ, ਉਹ ਬੜੀ ਵੱਡੀ ਹੁੰਦੀ ਹੈ। ਤੇ ਸਤਿਗੁਰਾਂ ਦੀ ਕਿਰਪਾ ਹਮੇਸ਼ਾ ਵਰਸਦੀ ਰਹੇ। ਜੋ ਵੀ ਆ ਪਿਛਲੀਆਂ ਭੁੱਲਾਂ ਸਾਡੇ ਕੋਲ ਜਾਣੇ ਹੋਈਆਂ, ਸਤਿਗੁਰ ਮਾਫ ਕਰਨ, ਅੱਗੇ ਤੋਂ ਬਲ ਬਖਸ਼ਣ ਕਿ ਅਸੀਂ ਉਹਨਾਂ ਦੇ ਹੁਕਮ ਦੇ ਵਿੱਚ ਰਹਿ ਕੇ, ਉਹਨਾਂ ਦੇ ਬਚਨ ਦੇ ਵਿੱਚ ਰਹਿ ਕੇ ਅਸੀਂ ਸਾਰੇ ਉਹਨਾਂ ਦੀ ਭਗਤੀ ਕਰ ਸਕੀਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਔਰ ਜਿਸ ਤਰ੍ਹਾਂ ਬੇਨਤੀ ਦੀ ਪਹਿਲਾਂ ਗੱਲ ਕੀਤੀ ਹੈ ਕਿ
तौबा किस तरह की होनी चाहिए है, बेनती किस तरह की होनी चाहिए है। हुण इसका शब्द है कि मैं उसते चल सकां आवे फरमान जो तेरा, बोल मैं वो बोलां होवे किरदार जो मेरा। हुण हर एक बंदे का एक अलग अलग किरदार हुंदा है। जिस तरह असी फिल्मां 'च देखदे असी कहंदे हां कि ਉਹਦਾ फलाणे दा आ किरदार है, दूसरे का यह किरदार है, इन्हें विलन का रोल किया है, इन्हें हीरो का रोल किया है, इनू आ मिलिया है, इनू मिलिया है। हुण सानू किरदार किहड़ा मिलिया है? सानू सत्संगी का किरदार मिलिया है, सानू गुरु के बच्चे का किरदार मिलिया है। सानू कोई देखता है कहता है भी ये राधा स्वामी है, ये बई सत्संगी है, ये गुरु का बच्चा है, इनू फलाने गुरु का नाम है, ये सिख है। सानू जिहड़ा किरदार मिलिया है असी उही किरदार निभाउणा है। जिहड़ा किरदार किसी नूं मिलदा है जे उहनूं पूरी तरह नहीं निभाउंदा तो कहंदे आ कि नहीं, ये बंदा फेल है। तो असी जदों साडे दे नाल सतगुरां दा नाम जुड़ जाता है तो सानू अपने आप ही चेते आ जाना चाहिए कि सानू किरदार किस तरह का मिलिया है, किस तरह का होना है। क्योंकि बोल मैं वो बोलां होवे किरदार जो मेरा। जिस तरह का किरदार है हर एक बंदा देखता है गुरु का बच्चा है, तो गुरु वर्गा ही होएगा, जो गुरु ने सिखाया वही करता होएगा। जिस तरह ने गुरु ने इसका जीवन बनाया तो की साडे सतगुरां ने जिस तरह का असी जीवन जींदे हाँ कि सतगुरां ने इस तरह का जीवन साडा बनाया कि इस तरह के जीवन की जाच दसी उन्होंने सानू। कहते मंदा कुत्ता खसमे गाल। जे असी अपने अपने किरदार को अच्छी तरह निभाइए तो सतगुरां की शोभा होंदी है, और साडा भी असी भी हमेशा सुखी, क्योंकि वो अंदर रह के सानू, क्योंकि जिस तरह जिस चीज़ वास्ते उन्होंने सानू तैयार किया है, जो चीज़ काम करते हैं तो वह फिर एवज भी तो सानू मिलता हर चीज़ का। है कि जे जो सतगुर कहता है उस पर विश्वास करा, क्योंकि सत्संगी का किरदार है। ये सत्संगी कहता है कि जे सतगुरां ते विश्वास ही नहीं है, जो वो बचनों पर विश्वास ही नहीं है, जो भी असी बाणी पढ़ते करते हैं जो वो विश्वास नहीं है, तो फिर असी किस तरह असी अपने आप को सत्संगी कह सकते हैं, गुरु का बच्चा कह सकते हैं। और मैं कई बार क्या है कि जिन्नियां भी छूटां ने गुरु महाराज ने जिहड़े वचन फरमाए कि गुरु के सिख वास्ते सब कुछ भंडार खुला है, कोई भी चीज़ वो तो बाहर नहीं है, पर वो गुरु के सिख वास्ते है जिहड़ा उस किरदार नूं निभा रहा पूरा। जन कह कि जो सतगुर कहता है उस पर विश्वास करा, ना मनमत कर जावां इहो अरदास करा। किड्डी प्यारी बेनती है, छोटी जी बेनती दे विच ही सारा कुछ ही आ गया। जे इन्ना कुछ बन जाए कि जे सतगुर कहता है उस पर विश्वास, जो उस पर सानू विश्वास आ जाए तो फिर कभी मनमत फिर कभी कर ही नहीं सकता, क्योंकि फिर तो गुरु का सिख है ना, मन का सिख थोड़ा है। जे मन का सिख होएगा तो फिर मन के आखे लगेगा, जे गुरु का सिख है तो फिर तो गुरु के वचन तो चलेगा। जिन्हें कहा कि जो सतगुर कहता है उस पर विश्वास करा, ना मनमत कर जावां इहो अरदास करा, हर गुरसिख ही लगे मैनू भगवान है मेरा। क्या बात है, हर गुरसिख ही लगे मैनू भगवान। गुरमाई कहना गुर भाई को गुर समझाणो। किड्डा एक प्यारा रस्ता है कि जिन्ने जाने बैठे हैं असी सारे ही उन्होंने कहा कि एक सिर्फ ये नहीं कि इधर बड़े प्यार ना देखिए और इधर पासे अं नफरत ना देखिए, आसे पासे भी गुरु ही बैठा है, सारे ही गुरु बैठे हैं, हर एक ही भगवान है, हर एक के अंदर भगवान वास कर रहा है। गुरु कह लें भगवान नूं असीं भगवान भगवान कह लें, राम कह लें, कोई गुरु जिस तरीके नाल भी असीं उहनूं पुकारते हैं। जे इन्ना आ जाए मन दे विच ते तुसीं सोचो कि फिर असीं साडे कोल किद्दां कोई गुनाह होएगा। है कि हर गुरसिख ही लगे मैनू भगवान है मेरा, फिर इनू किते जाण की लोड़ पेगी। ये जिहड़ा तड़फदा है किसी वेले कि किसी गल्लों इनू कोई महसूस होंदा है कि पता नहीं पता नहीं, इनू तो हर वेले फिर इनू भगवान नज़र आएगा सारे पासे, फिर इनू डर नहीं कदी लगेगा।
ਇਹ ਹੈ ਸੇਵਾ ਸਤਸੰਗ ਸਿਮਰਨ ਦੀ ਮੈਨੂੰ ਜਾਚ ਸਿਖਾ ਦੇਵੋ। ਇਹ ਕਿੱਡੀ ਵੱਡੀ ਬੇਨਤੀ ਹੈ ਵੀ। ਅਸੀਂ ਤੇ ਕਹਿੰਦੇ ਹਾਂ ਕਿ ਮੇਰੇ ਵਰਗੀ ਸੇਵਾ ਤਾਂ ਕੋਈ ਕਰ ਹੀ ਨਹੀਂ ਸਕਦਾ। ਇਹਨੂੰ ਕੀ ਪਤਾ ਸੇਵਾ ਦਾ ਕਿੱਦਾਂ ਕਰੀਦੀ ਹੈ, ਜੋ ਮੈਨੂੰ ਪਤਾ ਹੈ। ਹਮੇਸ਼ਾ ਇੱਕ ਦੂਜੇ ਨਾਲ ਲੜਦੇ ਹਾਂ, ਇਹਨੂੰ ਨਹੀਂ ਪਤਾ ਕੰਮ ਦਾ, ਮੈਨੂੰ ਪਤਾ ਹੈ। ਇਹਨੇ ਮੈਨੂੰ ਪੁੱਛਿਆ ਨਹੀਂ, ਇਹਨੇ ਮੈਨੂੰ ਦੱਸਿਆ ਨਹੀਂ। ਜਦੋਂ ਇਹ ਭਾਵ ਆਵੇ ਕਿ ਮੈਨੂੰ ਹੀ ਨਹੀਂ ਜਾਚ ਹੈ ਜੀ, ਸਤਿਗੁਰੂ ਜੀ ਪਹਿਲਾਂ ਮੈਨੂੰ ਤਾਂ ਸਿਖਾ ਦਿਓ। ਸੇਵਾ ਸਤਸੰਗ ਸਿਮਰਨ ਦੀ ਮੈਨੂੰ ਜਾਚ ਸਿਖਾ ਦੇਵੋ, ਇਹੋ ਹੈ ਮੰਗ ਮੇਰੀ, ਖੈਰ ਝੋਲੀ ਪਾ ਦੇਵੋ। ਹੋਰ ਨਹੀਂ ਕੋਈ ਚੀਜ਼ ਮੰਗੀ, ਕਿਉਂਕਿ ਜਦੋਂ ਇਹੋ ਹੀ ਜਾਚ ਆ ਗਈ ਨਾ ਤੇ ਬਸ ਸਾਰਾ ਕੁਛ ਹੀ ਆ ਗਿਆ। ਸਿੱਖ ਨੂੰ ਹੋਰ ਕੋਈ ਚਾਹੀਦਾ ਨਹੀਂ ਹੁੰਦਾ। ਸਿੱਖ ਨੂੰ ਤੇ ਬਸ ਗੁਰੂ ਦੀ ਸੇਵਾ ਮੰਗਦਾ ਹਮੇਸ਼ਾ। ਸਿੱਖ ਜਦੋਂ ਉਹਨੂੰ ਸੇਵਾ ਮਿਲ ਗਈ ਤੇ ਉਹਦੇ ਵਾਸਤੇ ਉਹਨੂੰ ਸਾਰਾ ਸੰਸਾਰ ਮਿਲ ਗਿਆ। ਇਹਨੇ ਕਿਹਾ ਕਿ ਇਹੋ ਹੈ ਮੰਗ ਮੇਰੀ, ਖੈਰ ਝੋਲੀ ਪਾ ਦੇਵੋ, ਕੋਈ ਖਾਲੀ ਨਾ ਮੁੜਿਆ ਆਇਆ ਦਰਬਾਰ ਵੀ ਜਿਹੜਾ। ਕਹਿੰਦੇ ਕਿ ਸਤਿਗੁਰੂ ਜੀ ਕੋਈ ਨਹੀਂ ਖਾਲੀ ਮੁੜਦਾ, ਮੈਨੂੰ ਵੀ ਖਾਲੀ ਨਾ ਮੁੜੋ ਇਸ ਤੋਂ। ਅੱਗੇ ਇਹ ਮਾਇਆ ਮੋਹਣੀ ਜੋ ਮੇਰਾ ਚਿੱਤ ਡੁਲਾਵੇ ਨਾ, ਇਹੋ ਜਿਹੀ ਘੜੀ ਕੋਈ ਭੁੱਲ ਕੇ ਵੀ ਆਵੇ ਨਾ। ਹਮੇਸ਼ਾ ਸਤਿਗੁਰਾਂ ਦੇ, ਜਿਹੜੇ ਮੈਂ ਪਹਿਲਾਂ ਗੱਲ ਕੀਤੀ ਭੈ ਦੀ, ਭਾਵ ਦੇ ਨਾਲ ਭੈ ਬੜਾ ਜ਼ਰੂਰੀ। ਜੇ ਭੈ ਨਹੀਂ ਹੈਗਾ ਇਹਦਾ ਮਤਲਬ ਇਹਨੂੰ ਭਾਵ ਨਹੀਂ ਹੈਗਾ, ਇਹਨੂੰ ਪਿਆਰ ਨਹੀਂ ਹੈਗਾ। ਜਿਹੜੀ ਔਰਤ ਨੂੰ ਡਰ ਹੁੰਦਾ ਹੈ, ਡਰ ਇਹ ਨਹੀਂ ਹੁੰਦਾ ਕਿ ਬੰਦਾ ਕੋਈ ਬੜਾ ਤਗੜਾ, ਭਾਵੇਂ ਕਈ ਵਾਰੀ ਔਰਤ ਹੋ ਸਕਦਾ ਹੈ ਕਿ ਸਰੀਰਕ ਤੌਰ ਦੇ ਉੱਤੇ ਬੰਦੇ ਨੂੰ ਵੀ ਤਗੜੀ ਹੋਵੇ ਜਾਂ ਪਿੱਛੋਂ ਉਹਦੇ ਮਗਰ ਇੰਨੀ ਸਪੋਰਟ ਹੋਵੇ, ਪਰ ਜਿਹਨੂੰ ਪਿਆਰ ਹੋਏਗਾ ਆਪਣੇ ਬੰਦੇ ਨਾਲ, ਉਹ ਹਮੇਸ਼ਾ ਡਰੇਗੀ। ਡਰੇਗੀ ਕਿਸ ਗੱਲ ਤੋਂ? ਕਿ ਉਹ ਮੇਰੇ ਤੋਂ ਨਾਰਾਜ਼ ਨਾ ਹੋ ਜਾਵੇ, ਮੇਰੇ ਤੋਂ ਰੁੱਸ ਨਾ ਜਾਵੇ, ਮੇਰੇ ਤੋਂ ਮੁੱਖ ਨਾ ਮੋੜ ਲਵੇ ਕਿਸੇ ਤਰ੍ਹਾਂ। ਬਸ ਆਹ ਡਰ ਹੋਏਗਾ। ਇਸੇ ਤਰ੍ਹਾਂ ਕਹਿ ਕਿ ਇਹ ਮਾਇਆ ਮੋਹਣੀ ਜੋ ਮੇਰਾ ਚਿੱਤ ਡੁਲਾਵੇ ਨਾ, ਇਹੋ ਜਿਹੀ ਘੜੀ ਕੋਈ ਭੁੱਲ ਕੇ ਵੀ ਆਵੇ ਨਾ। ਕਿ ਸਤਿਗੁਰੂ ਜੀ ਕੋਈ ਇਹੋ ਜਿਹੀ ਘੜੀ ਕਦੀ ਵੀ ਭੁੱਲ ਕੇ ਨਾ ਆਵੇ ਕਿ ਮੇਰੇ ਮਨ ਦੇ ਉੱਤੇ ਮਾਇਆ ਦਾ ਜ਼ੋਰ ਪਵੇ ਤੇ ਮੈਂ ਤੁਹਾਡੇ ਬਚਨਾਂ ਤੋਂ ਹੀ ਵਾਂਝਾ ਹੋ ਜਾਵਾਂ, ਬਚਨਾਂ ਤੋਂ ਹੀ ਪਿੱਛੇ ਹੋ ਜਾਵਾਂ। ਇਹੋ ਜਿਹੀ ਘੜੀ ਕਦੀ ਵੀ ਨਾ ਆਵੇ। ਇਹ ਤੇਰੇ ਬਚਨਾਂ 'ਚ ਟਿਕਿਆ ਰਹੇ ਸਦਾ ਧਿਆਨ ਹੈ ਮੇਰਾ। ਹਮੇਸ਼ਾ ਤੇਰੇ ਬਚਨਾਂ ਦੇ ਉੱਤੇ ਮੇਰਾ ਧਿਆਨ ਟਿਕਿਆ ਰਹੇ, ਕਦੀ ਵੀ ਉਹਦੇ ਤੋਂ ਕੋਈ ਜਰਾ ਜਿਹਾ ਵੀ ਇੱਧਰ ਉੱਧਰ ਨਾ ਮੈਂ ਹੋਵਾਂ। ਕਿ ਮਨ ਬਚਨ ਤੇ ਕਰਮ ਮੇਰਾ ਇੱਕੋ ਜਿਹਾ ਹੋ ਜਾਵੇ। ਬਸ ਇਹਦੇ ਵਿੱਚ ਗੜਬੜੀ ਹੁੰਦੀ ਹੈ। ਮਨ ਬਚਨ ਤੇ ਕਰਮ, ਮਨ 'ਚ ਕੁਛ ਹੋਰ ਹੁੰਦਾ ਹੈ, ਮੂੰਹ ਤੋਂ ਅਸੀਂ ਕੁਛ ਹੋਰ ਕਹਿ ਰਹੇ ਹੁੰਦੇ ਹਾਂ ਤੇ ਕਰ ਕੁਛ ਹੋਰ ਕੁਛ ਰਹੇ ਹੁੰਦੇ ਹਾਂ। ਕਪਟ ਦੀ ਜਿਹੜੀ ਪਹਿਲਾਂ ਗੱਲ ਕੀਤੀ ਹੈ, ਕੀ ਹੈ ਕਪਟ? ਮਨ 'ਚ ਅੰਦਰ ਕੁਛ ਹੋਰ ਚੱਲ ਰਿਹਾ ਹੈ, ਸਤਿਗੁਰਾਂ ਪ੍ਰਤੀ, ਸਤਸੰਗੀ ਪ੍ਰਤੀ ਹੋਰ ਕੁਛ ਚੱਲ ਰਿਹਾ ਹੈ। ਉੱਪਰੋਂ ਅਸੀਂ ਕੁਛ ਕਹਿ, ਜੋ ਜ਼ੁਬਾਨ 'ਚੋਂ ਕਹਿ ਰਹੇ ਹਾਂ ਉਹ ਕੁਛ ਹੋਰ ਕਹਿ ਰਹੇ ਹਾਂ, ਤੇ ਜਦੋਂ ਕਰਨ ਦਾ ਟਾਈਮ ਆਉਂਦਾ ਆ ਕਰਦੇ ਕੁਛ ਹੋਰ। ਉਹ ਵੀ ਬੇਨਤੀ ਕੀਤੀ ਉਹਨਾਂ ਦੇ ਚਰਨਾਂ 'ਚ ਕਿ ਮਨ ਬਚਨ ਤੇ ਕਰਮ ਮੇਰਾ ਇੱਕੋ ਜਿਹਾ ਹੋ ਜਾਵੇ। ਕਿ ਜੋ ਮੇਰੇ ਮਨ 'ਚ ਆ ਕੋਈ ਕਪਟ ਨਾ ਹੋਵੇ, ਸਤਿਗੁਰਾਂ ਦੇ ਸਾਹਮਣੇ ਪੇਸ਼ ਹੋਵੇ। ਜੋ ਮਨ ਦੇ ਵਿੱਚ ਹੈਗਾ, ਜਿਸ ਤਰ੍ਹਾਂ ਗੁਰੂ ਸਾਹਿਬ ਮੈਂ ਕਈ ਵਾਰੀ ਕਿਹਾ, ਸਤਿਗੁਰੂ ਇਹ ਨਹੀਂ ਦੇਖਦੇ ਕਿ ਕੋਈ ਇਹਦੇ ਕੋਈ ਬੁਰਾ ਭਲਾ ਜਾਂ ਕੁਛ ਵੀ ਹੈ। ਉਹ ਤੇ ਆਏ ਹੀ ਮੈਲਿਆਂ ਕਚਾਲਿਆਂ ਨੂੰ ਸਹੀ ਕਰਨ ਵਾਸਤੇ ਆ ਭਾਈ। ਪਰ ਜਿਸ ਤਰ੍ਹਾਂ ਦਾ ਹੈਗਾ ਹੈ, ਜੋ ਵੀ ਹੈਗਾ ਇਹ ਸਾਹਮਣੇ ਪੇਸ਼। ਇਹ ਨਹੀਂ ਹੈ ਕਿ ਅੰਦਰੋਂ ਕੁਛ ਹੋਰ ਹੋਵੇ ਤੇ ਬਾਹਰੋਂ ਕੁਛ ਹੋਰ ਹੋਵੇ। ਹੈਗਾ ਕਿ ਮਨ ਕਰਮ ਬਚਨ ਤੇ ਕਰਮ ਮੇਰਾ ਇੱਕੋ ਜਿਹਾ ਹੋ ਜਾਵੇ, ਜਿਹੋ ਜਿਹਾ ਚਾਹਵੇ ਤੂੰ ਜੋ ਸਭ ਨੂੰ ਹੋ ਜਾਵੇ। ਇਹ ਸਤਿਗੁਰਾਂ ਦੀ ਵਡਿਆਈ ਵਾਸਤੇ। ਕਿਉਂਕਿ ਬਈ ਜਦੋਂ ਬੱਚੇ ਬਾਹਰ ਨਿਕਲਦੇ ਆ ਨਾ ਤੇ ਲੋਕੀ ਦੇਖਦੇ ਆ, ਫਿਰ ਜਦੋਂ ਅੱਛੇ ਉਸ ਕਰਮ ਕਰਦੇ ਆ, ਅੱਛੀ ਤਰ੍ਹਾਂ ਵਿਵਹਾਰ ਕਰਦੇ ਆ ਤੇ ਸਭ ਦੇ ਮਨ ਨੂੰ ਮੋਹਦੇ ਆ। ਫਿਰ ਅਗਲਾ ਕਹਿੰਦਾ ਹੈ ਕਿ ਆ ਵੀ ਕਿਹੜੇ ਮਾਂ ਪਿਓ ਦਾ ਬੱਚਾ ਹੈ, ਕਿੱਡੀ ਤਮੀਜ਼ ਹੈ ਇਹਨੂੰ, ਕਿੰਨਾ ਇਹਨੂੰ ਸਮਝਾਇਆ ਹੈ, ਕਿੰਨਾ ਇਹਦੇ 'ਚ ਠਹਿਰਾਵ ਹੈ, ਕੋਈ ਜਿੱਦ ਨਹੀਂ ਕਰਦਾ, ਕੋਈ ਕੁਛ ਨਹੀਂ ਕਰਦਾ। ਸ਼ੋਭਾ ਹੁੰਦੀ ਹੈ। ਇਹਨੇ ਕਿਹਾ ਕਿ ਜਿਹੋ ਜਿਹਾ ਚਾਹਵੇ ਤੂੰ ਜੋ ਸਭ ਨੂੰ ਮੋਹ ਜਾਵੇ, ਇਹਨੂੰ ਪੂਰਾ ਕਰ ਦੇਵੋ ਇਹੋ ਅਰਮਾਨ ਹੈ ਮੇਰਾ। ਬਸ ਇੱਕੋ ਇਹਨੂੰ ਅਰਮਾਨ ਹੈ, ਇਹੋ ਅਰਮਾਨ ਹੈ, ਇਹਨੂੰ ਸਤਿਗੁਰੂ ਜੀ ਪੂਰਾ ਕਰ ਦਿਓ ਬਸ, ਕਿ ਇਹ ਰਹਿਣੀ ਮੇਰੇ ਵਿੱਚ ਆ ਜਾਵੇ। ਆ ਸਤਿਗੁਰ ਦੇ ਅੱਗੇ ਬੇਨਤੀ ਸਿਰਫ ਤੇ ਸਿਰਫ ਸਿੱਖ ਦੀ ਇੰਨੀ ਹੋਣੀ ਚਾਹੀਦੀ। ਇਸ ਤੋਂ ਇਲਾਵਾ ਜਿੰਨੀਆਂ ਵੀ ਬੇਨਤੀਆਂ ਨੇ ਜੋ ਅਸੀਂ ਇੱਧਰ ਉੱਧਰ ਦੀਆਂ ਕਰਦੇ ਰਹਿੰਦੇ ਹਾਂ, ਉਹ ਤੇ ਸਭ ਕੁਛ ਕਾਲ ਖੋਹ ਲੈਂਦਾ। ਕੋਈ ਵੀ ਚੀਜ਼ਾਂ ਜੋ ਸੰਸਾਰੀ ਜੋ ਹੁੰਦੀਆਂ ਨੇ ਉਹ ਤੇ ਪਹਿਲਾਂ ਕਰਮ ਦੇ ਮੁਤਾਬਕ ਲਿਖੀਆਂ ਨੇ, ਉਹ ਮਿਲਣੀਆਂ ਹੀ ਮਿਲਣੀਆਂ ਨੇ।
ਹਾਂ, ਜੇ ਅਸੀਂ ਸਤਿਗੁਰਾਂ ਦੇ ਬਚਨ ਦੇ ਵਿੱਚ ਉੱਤੇ ਚੱਲਦੇ ਹਾਂ, ਉਸ ਰਸਤੇ ਦੇ ਉੱਤੇ ਆ ਜਾਂਦੇ ਹਾਂ, ਤੇ ਜਿਹੜੀਆਂ ਚੀਜ਼ਾਂ ਕੁਛ ਨਹੀਂ ਵੀ ਹੈਗੀਆਂ, ਸਤਿਗੁਰੂ ਆਪਣੀ ਮੌਜ ਨਾਲ ਬਖਸ਼ ਦਿੰਦੇ ਨੇ। ਪਰ ਜੇ ਉਹਦੇ ਰਸਤੇ ਤੇ ਆ ਜਾਈਏ ਤੇ, ਜੇ ਨਹੀਂ ਹੈ ਤੇ ਉਹਦਾ ਮਤਲਬ ਇਹ ਨਹੀਂ ਕਿ ਕੋਈ ਖੁੰਦ ਜੋ ਹੈਗਾ ਆ ਉਹ ਤਾਂ ਫਿਰ ਚੱਲਦਾ ਹੀ ਉਸੇ ਤਰ੍ਹਾਂ ਚੱਲਦਾ ਹੀ ਚੱਲਦਾ ਹੈ। ਪਰ ਜੇ ਇਹ ਬੇਨਤੀ ਜੋ ਵੀ ਹੈ ਸਾਰੀ, ਜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੱਚੇ ਦਿਲੋਂ ਹੋਵੇ, ਉਹ ਮਨਜ਼ੂਰ ਕਰ ਲੈਣ, ਇਹ ਇਸ ਤਰ੍ਹਾਂ ਦਾ ਜਿਹੜਾ ਕਿਰਦਾਰ ਬਣ ਜਾਵੇ, ਤੇ ਫਿਰ ਬਈ ਇਹਨੂੰ ਸਿੱਖ ਨੂੰ ਕੋਈ ਘਾਟਾ ਹੀ ਨਹੀਂ ਹੈ, ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਇਹੋ ਹੀ ਪੂਰੇ ਸਤਸੰਗ ਦਾ ਸਾਰ ਹੈ। ਸਤਸੰਗ ਦੇ ਵਿੱਚ ਕੋਈ ਬਾਣੀ ਹੋਵੇ, ਕੁਛ ਵੀ ਹੋਵੇ, ਜਿੰਨਾ ਮਰਜ਼ੀ ਤਰੀਕੇ ਦੇ ਨਾਲ, ਜਿਸ ਤਰ੍ਹਾਂ ਕਹਿੰਦੇ ਅਲੱਗ-ਅਲੱਗ ਤਰੀਕੇ ਦੇ ਨਾਲ ਉਹਨੂੰ ਸਮਝਾਇਆ ਜਾਂਦਾ ਹੈ, ਅਸਲ ਨਿਚੋੜ ਉਹਦਾ ਇਹੋ ਹੀ ਹੁੰਦਾ ਹੈ। ਬਸ ਇੱਕ ਸਿੱਖ ਦਾ ਕਿਰਦਾਰ, ਕਿਰਦਾਰ ਇਹਦਾ ਬਦਲ ਜਾਵੇ ਕਿ ਜੋ ਇਹ ਸਿੱਖ ਨੂੰ ਚਾਹੀਦਾ ਜਿਸ ਤਰ੍ਹਾਂ ਦਾ ਕਰਨਾ, ਉਸ ਤਰ੍ਹਾਂ ਦਾ ਇਹ ਕਰੇ। ਜੇ ਇਹਦਾ ਕਿਰਦਾਰ ਨਹੀਂ ਬਦਲਿਆ, ਜਿੰਨਾ ਮਰਜ਼ੀ ਸੁਣੀ ਜਾਵੇ, ਜਿੰਨਾ ਮਰਜ਼ੀ ਸੁਣਾਈ ਜਾਵੇ, ਜਿੰਨਾ ਮਰਜ਼ੀ ਪੜ੍ਹਾਈ ਜਾਵੇ, ਕੀ ਹੋਏਗਾ ਉਹਦੇ ਨਾਲ? ਇਹਨੂੰ ਤੇ ਇਹਦੇ ਕਿਰਦਾਰ ਦਾ ਮਿਲਣਾ ਹੈ, ਹੋਰ ਕਿਸੇ ਦਾ ਨਹੀਂ ਕੁਛ ਵੀ। ਇਹਦਾ ਆਪਣਾ ਕਿਰਦਾਰ ਬਦਲਣਾ ਚਾਹੀਦਾ। ਸਤਿਗੁਰ ਦਇਆ ਕਿਰਪਾ ਕਰਨ, ਸਾਨੂੰ ਬੇਨਤੀ ਕਰਨ ਦੀ ਵੀ ਸੱਚੇ ਦਿਲੋਂ ਜਾਚ ਬਖਸ਼ਣ, ਔਰ ਸਤਿਗੁਰ ਬੇਨਤੀਆਂ ਮਨਜ਼ੂਰ ਕਰਕੇ ਐਸੀ ਕਿਰਪਾ ਕਰਨ ਕਿ ਵਾਕਈ ਹੀ ਸਾਡਾ ਇੱਕ ਸੱਚੇ ਸਿੱਖ ਵਾਲਾ ਕਿਰਦਾਰ ਬਣ ਜਾਵੇ। ਕਦੀ ਵੀ ਮਨ ਦੇ ਵਿੱਚ ਜਿਹੜੀ ਉਹਨਾਂ ਨੇ ਕਿਹਾ ਕਿ ਮਾਇਆ ਜਿਹੜੀ ਹੈ ਕਦੀ ਵੀ ਡੁਲਾਵੇ ਨਾ, ਕਦੀ ਵੀ ਇਹ ਜਿਹੜੀ ਮਾਇਆ, ਕਿਉਂਕਿ ਕੁਛ ਨਾ ਕੁਛ ਤਾਂ ਹੁੰਦਾ ਹੀ ਰਹਿੰਦਾ ਹੈ। ਮਾਇਆ ਦਾ ਖੇਡ ਹੈ। ਮਾਇਆ ਦਾ ਮਤਲਬ ਕੀ ਹੈ ਕਿ ਜਿਹੜੀ ਟਿਕਦੀ ਨਹੀਂ ਇੱਕ ਜਗ੍ਹਾ ਤੇ, ਬਦਲਦੀ ਰਹਿੰਦੀ ਹੈ। ਉਹ ਬਦਲਦੀ ਰਹਿੰਦੀ ਹੈ, ਟਿਕਾਓ ਨਹੀਂ ਉਹ 'ਚ। ਕੋਈ ਕਦੀ ਕੋਈ ਰੰਗ, ਕਦੀ ਕੋਈ ਰੰਗ, ਕਦੀ ਕੋਈ ਰੰਗ। ਤੇ ਉਹ ਜਦੋਂ ਰੰਗ ਬਦਲਦੀ ਹੈ, ਕੋਈ ਨਾ ਕੋਈ ਅਲੱਗ ਤੋਂ ਕੋਈ ਐਸਾ ਹੁੰਦਾ ਚੀਜ਼, ਮਨ ਡੋਲ ਜਾਂਦਾ, ਅੱਛਾ ਇਸ ਤਰ੍ਹਾਂ ਇੱਦਾਂ ਹੁੰਦਾ, ਇੱਦਾਂ ਹੋ ਗਿਆ ਬਸ। ਤੇ ਜਿਹੜਾ ਸਿੱਖ ਆਪਣੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਰਹਿੰਦਾ ਕਿ ਸਤਿਗੁਰੂ ਜੀ, ਮੇਰੇ ਮਨ ਨੂੰ ਇਹ ਮਾਇਆ ਦਾ ਕੋਈ ਰੰਗ ਨਾ ਚੜ੍ਹੇ, ਮੈਂ ਤੁਹਾਡੇ ਬਚਨ ਦੇ ਵਿੱਚ ਰਹਾਂ, ਇਹੋ ਹੀ ਹਮੇਸ਼ਾ ਮੈਂ ਮੰਗਦਾ। ਤੇ ਬਈ ਫਿਰ ਕਈ ਵਾਰੀ ਦੱਸਿਆ ਹੈ, ਜੇ ਅਸੀਂ ਸੱਚੇ ਦਿਲੋਂ ਉਹ ਬੇਨਤੀ ਕਰਦੇ ਹਾਂ, ਅੰਦਰੋਂ ਪ੍ਰਣ ਕਰਦੇ ਹਾਂ ਚੱਲਣ ਦਾ ਉਸ ਚੀਜ਼ ਦੇ ਉੱਤੇ, ਤੇ ਬਈ ਸਤਿਗੁਰੂ ਵੀ ਕਿਰਪਾ ਕਰਦੇ ਆ। ਕਹਿੰਦੇ ਨੇ ਕਿ ਜੋ ਜੋ ਮੰਗੇ ਠਾਕੁਰ ਆਪਣੇ ਸੇ, ਸੋਈ ਸੋਈ ਦੇਵੇ। ਜਿਨ੍ਹਾਂ ਨੇ ਸੱਚੇ ਦਿਲੋਂ ਉਹਨਾਂ ਦੀ ਭਗਤੀ ਮੰਗੀ, ਉਹਨਾਂ ਦੇ ਦਰਸ਼ਨ ਮੰਗੇ, ਉਹਨਾਂ ਦਾ ਜਿਹੜਾ ਅਸੀਂ ਸੇਵਾ ਮੰਗੀ, ਉਹਨਾਂ ਨੂੰ ਮਿਲੀ, ਸਭ ਕੁਛ ਮਿਲੀ। ਸਤਿਗੁਰ ਕਿਰਪਾ ਕਰਨ, ਸਭ ਤੇ ਰਹਿਮਤਾਂ ਬਖਸ਼ਣ, ਸਭ ਨੂੰ ਆਪਣਾ ਪਿਆਰ ਭਰੋਸਾ ਬਖਸ਼ਣ ਜੀ। ਰਾਧਾ ਸੁਆਮੀ ਜੀ, ਰਾਧਾ ਸੁਆਮੀ।